ਸਤਨਾਮ। ਧੰਨ ਵਾਹਿਗੁਰੂ ਜੀ। ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਐਸੀ ਲਾਲ ਤੁਝ ਬਿਨ ਕੌਣ ਕਰੈ। ਗਰੀਬ ਨਿਵਾਜ ਗੁਸਈਆ ਮੇਰਾ। ਮਾਥੈ ਛਤਰ ਧਰੈ। ਐਸੀ ਲਾਲ ਤੁਝ ਬਿਨ ਕੌਣ ਕਰੈ। ਗਰੀਬ ਨਿਵਾਜ ਗੁਸਈਆ ਮੇਰਾ। ਮਾਥੈ ਛਤਰ ਧਰੈ। ਰਹਾਉ ਜਾ ਕੀ ਛੋਤ ਜਗਤ ਕੋ ਲਾਗੈ। ਤਾਂ ਪਰ ਤੂੰ ਹੀ ਠਰੈ। ਨੀਚਾ ਊਚ ਕਰੈ ਮੇਰਾ ਗੋਬਿੰਦ। ਕਾਹੂ ਤੇ ਨਾ ਡਰੈ। ਨਾਮਦੇਵ ਕਬੀਰ ਤਲੋਚਨ। ਸਧਨਾ ਸੈਨ ਤਰੈ। ਕਹਿ ਰਵਿਦਾਸ ਸੁਨੋ ਰੇ ਸੰਤੋ। ਹਰਿ ਜੀਉ ਤੇ ਸਭੈ ਸਰੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਬਹੁਤ ਹੀ ਆਦਰਣੀय ਗੁਰੂ ਸਰੂਪ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਹੈ। ਸਤਸੰਗ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਮਾਰੂ ਰਾਗ ਦਾ ਆਪ ਜੀ ਨੇ ਸ਼ਬਦ ਸਰਵਣ ਕੀਤਾ ਹੈ। ਭਗਤ ਰਵਿਦਾਸ ਮਹਾਰਾਜ ਇਸ ਪਵਿੱਤਰ ਸ਼ਬਦ ਵਿੱਚ ਨਿਰੰਕਾਰ ਦੀਆਂ ਰਹਿਮਤਾਂ ਦਾ ਵਰਣਨ ਕਰ ਰਹੇ ਹਨ ਕਿ ਇਹ ਨਿਰੰਕਾਰ ਜਿਸ ਤਰ੍ਹਾਂ ਜੀਵ ਨਾਲ, ਸਾਧਾਰਨ ਵਿਅਕਤੀ ਨਾਲ ਤੁਸੀਂ ਵਿਹਾਰ ਕਰਦੇ ਹੋ, ਤੁਸੀਂ ਉਸ ਨੂੰ ਨਿਵਾਜਦੇ ਹੋ ਔਰ ਉਸ ਦੇ ਸਿਰ 'ਤੇ
किस तरह छत्र झुला देंदे हो, ये तुहाडे हिस्से विच आया है जां फिर तुहाडे ही स्वरूप गुरु दे हिस्से विच आया है। गुर गोविंद गोविंद गुरु है, नानक सोधे सिमरत बेद, पार ब्रह्म गुर नाही भेद। रूहे जमीन ते जदों शूदरां वास्ते रस्ते भी जुदा सन, होर ते मनुखता विच मानवता विच समानता होनी ही की सी। उस वेले हजूर गुरु नानक साहब एमनाबाद की पावन धरती ते भाई साहब भाई लालो जी, जिन्होंने उस वेले का समाज शूद्र कह के मुखातब हुंदा है, जात अभिमानी लोग उन्होंने नीवा कह के मुखातिब हुंदे ने, तां अर्शी प्रीतम हजूर गुरु नानक साहब जिन्हां दी विचारधारा है नीचा अंदर नीच जात, नीची हूँ आत नीच, नानक तिन कै संग साथ, वड्डियां स्यों क्या रीस। जिथै नीच संभालियन तिथै नदर तेरी बख्शीश। हजूर भाई साहब भाई लालो जी दे घर टिकाणा करते ने, और उस वेले दा हाकम जो जालिम खान है, उस दे अधीन काम करन वाला मलक भागो, जिसनों अपनी दौलत ते बड़ा मान है, उस दे स्वादले पदार्थ लजीज भोजन नकारदे होए वो भाई साहब भाई लालो जी दे घरों उन्हां दी सुची किरत के माध्यम नाल कमाया होया भोजन छकदे ने, और रूहे जमीन ते मलक भागो दी भरी हुई महफिल विच उन्हां ने कहा सी भी तपियन तप छीजै ये खाए, ध्यानी ध्यान ना लगे लगाए। भागो तू वार वार पुछना मैं तेरा भोजन क्यों नहीं छकदा, तेरे इस भोजन विचों मैनू गरीबां दे चीखां दी आवाज़ आउंदी है, तू लोगां दा खून नचोड़िया है, धक्का कीता है, रिश्वतखोरी करके तेरे घर विच सरमाया आया है, और उस सरमाए नाल तू पदार्थ खरीद के लोगों नू पोच खा के वाह वाही खट रहा है। जिहड़ा जिहड़ा इस भोजन नू खाएगा उहदी मत मलीन हो जाएगी, उसका पहला किया होया तप नेस तो नाबूद हो जाएगा, और अगे तो उसकी ऐसी मत मारी जाएगी कि वो कोई चंगा काम भजन बंदगी इत्यादि का काम करन जोगा रहेगा ही नहीं। सो भगत रविदास महाराज बड़े मान नाल बख्शिश करते ने, कहते ने ऐसी लाल तुझ बिन कौन करे, गरीब निवाज गुसैया मेरा माथे छत्र धरै। तू तो गरीबां नूं नवाजन वाला है, अमीरां नूं नवाजन वाले तो रूहे जमीन ते बहुत मिल जाणगे, पर गरीबां नूं नवाजन की जदों गल आउंदी है तो हे ईश्वर वो तेरे हिस्से विच आया। इत्थों तक जाके छोत जगत को लग है, जिहदे नाल छूह जान नाल भी लोकी पिटे जांदे, तां पर तू ही ढरै, तू उहदे ते त्रोठना है। नीचा ऊच करै मेरा गोबिंद,
ਇੱਥੇ ਇੱਕ ਆਮ ਤੌਰ 'ਤੇ ਪਾਠ ਵਿੱਚ ਭੁਲੇਖਾ ਲੱਗਦਾ ਹੈ। ਅਸੀਂ ਇਹਦਾ ਪਾਠ ਨੀਚੋਂ ਊਚ ਕਰੈ ਮੇਰਾ ਗੋਬਿੰਦ, ਕਈਆਂ ਨੇ ਟਰੱਕਾਂ ਦੇ ਅੱਗੇ, ਸ਼ੀਸ਼ਿਆਂ 'ਤੇ, ਬੱਸਾਂ 'ਤੇ ਵੀ ਲਿਖਾਇਆ ਹੁੰਦਾ ਹੈ। ਸਪੈਲਿੰਗ ਉੱਥੇ ਰੋਂਗ ਹੁੰਦੀ ਹੈ। ਨੰਨੇ ਨੂੰ ਬਿਹਾਰੀ, ਚੱਚਾ, ਹਾਹੇ ਨੂੰ ਔਂਕੜ। ਵਿਦਤ ਰਵੇ ਵੀ ਨੰਨੇ ਨੂੰ ਬਿਹਾਰੀ, ਚੱਚਾ ਹਾਹਾ ਮੁਕਤਾ ਹੈ। ਨੀਚਾ ਵੀ ਪਾਠ ਕੀਤਾ ਜਾਂਦਾ ਹੈ, ਪਰ ਪਾਠ ਬਹੁਤ ਸਮਾਗਮ ਵਿੱਚ ਨੀਚਾ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੇ ਵੀ ਜੋ ਐਕਸਪਰਟ ਨੇ ਗੁਰਬਾਣੀ ਦੇ, ਉਹਨਾਂ ਗੁਰਮੁਖਾਂ ਨੇ ਇਸ ਤਰ੍ਹਾਂ ਹਦਾਇਤ ਕੀਤੀ ਸੀ, ਮੈਨੂੰ ਡਾਢਾ ਚੇਤਾ ਹੈ। ਆਮ ਤੌਰ 'ਤੇ ਮਨੁੱਖ ਕਿਸੇ ਮਨੁੱਖ ਨੂੰ ਵਡਿਆਈ ਦੇਣ ਲੱਗਾ ਇਸ ਗੱਲ ਦਾ ਖਿਆਲ ਰੱਖਦਾ ਹੈ ਵੀ ਕੋਈ ਦੂਸਰਾ ਨਾਰਾਜ਼ ਨਾ ਹੋ ਜਾਏ। ਇਹਨੂੰ ਤੂੰ ਗਰੀਬੜੇ ਜਿਹੇ ਨੂੰ ਕਿਉਂ ਇੰਨਾ ਵਡਿਆਈ ਦੇ ਦਿੱਤੀ ਹੈ, ਕਿਉਂ ਇੰਨੀ ਮਾਨ ਬਖਸ਼ਿਸ਼ ਕਰ ਦਿੱਤਾ ਹੈ। ਪਰ ਹੇ ਨਿਰੰਕਾਰ, ਤੇਰੀ ਇੱਕ ਇਹ ਵੀ ਖਾਸੀਅਤ ਹੈ ਕਿ ਨੀਚਾ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਤੂੰ ਕਿਸੇ ਨੀਚ ਨੂੰ, ਕਿਸੇ ਗਰੀਬ ਨੂੰ ਜਦੋਂ ਉੱਚਾ ਕਰਨਾ ਹੈ ਤੇ ਤੂੰ ਸਮਾਜ ਦੇ ਲੋਕਾਂ ਤੋਂ, ਲੋਕਾਈ ਦੇ ਜਗਤ ਦੇ ਲੋਕਾਂ ਤੋਂ ਡਰਦਾ ਨਹੀਂ ਗਾ। ਲੋਕ ਤੇ ਡਰਦੇ ਨੇ। ਇੱਥੋਂ ਤੱਕ ਨਾਮਦੇਵ, ਕਬੀਰ, ਤਲੋਚਨ ਸਦਨਾ ਸੈਨ ਧਰੈ। ਨਾਮਦੇਵ ਵਰਗੇ, ਕਬੀਰ ਵਰਗੇ, ਸੈਣ ਨਾਈ ਵਰਗੇ ਔਰ ਸਦਨੇ ਕਸਾਈ ਵਰਗੇ ਤਰੇ, ਉਹ ਸਾਰੇ ਇਹ ਜਿਹੜੀ ਜ਼ਲਾਲਤ ਭਰੀ ਜ਼ਿੰਦਗੀ ਸੀ ਇਹਦੇ ਤੋਂ ਪਾਰ ਹੋ ਗਏ। ਭਾਵ ਉਹਨਾਂ ਨੂੰ ਮਾਨ ਮਿਲ ਗਿਆ, ਉਹ ਜੀਂਦੇ ਜੀ ਮੁਕਤ ਹੋ ਗਏ। ਸੈਣ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ। ਔਰ ਕਬੀਰ ਸਾਹਿਬ ਆਪਣੇ ਬਾਰੇ ਕਹਿੰਦੇ ਨੇ, ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਸੂ। ਕਬੀਰਾ ਤੂੰ ਹੀ ਕਬੀਰ ਤੂੰ, ਤੇਰੋ ਨਾਉ ਕਬੀਰ, ਰਾਮ ਰਤਨ ਤੋਂ ਪਾਈਏ ਜੋ ਪਹਿਲੇ ਤਜੈ ਸਰੀਰ। ਨਾਮਦੇਵ, ਕਬੀਰ, ਤਲੋਚਨ ਸਦਨਾ ਸੈਨ ਧਰੈ, ਕਹਿ ਰਵਿਦਾਸ ਸੁਨੋ ਰੇ ਸੰਤੋ, ਹਰ ਜੀਓ ਤੇ ਸਭੈ ਸਰੈ। ਭਗਤ ਰਵਿਦਾਸ ਮਹਾਰਾਜ ਕਹਿੰਦੇ ਨੇ, ਹੇ ਗੁਰਮੁਖੋ ਸੁਣੋ, ਹਰੀ ਪ੍ਰਭੂ ਸਭ ਕੁਝ ਕਰਨ ਦੇ ਸਮਰੱਥ ਹੈ। ਹਰ ਜੀਓ ਤੇ ਸਭੈ ਸਰੈ, ਹਰ ਜੀ ਸਭ ਕੁਝ ਕਰ ਸਕਦੇ ਨੇ। ਕੋਈ ਇੱਕ ਵੀ ਐਸਾ ਕੰਮ ਨਹੀਂ ਜਿਹੜਾ ਉਹ ਕਰ ਨਾ ਸਕਦੇ ਹੋਣ, ਕਿਉਂਕਿ ਪ੍ਰਭੂ ਸਭ ਕੁਝ ਕਰਨ ਦੇ ਸਮਰੱਥ ਹੈ। ਉਹ ਹੇ ਪ੍ਰਭੂ ਜੀ, ਤੁਸੀਂ ਸਭ ਕੁਝ ਕਰ ਸਕਦੇ ਹੋ। ਹਰ 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 ਹਰੇ, ਹਰ ਸਿਮਰਤ ਜਨ ਗਏ ਨਿਸਤਾਰ ਤਰੇ। ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਕਾਟੇ ਕਾਗਰ। ਨਿਮਤ ਨਾਮ ਦਿਓ ਦੂਧ ਪਿਆਇਆ, ਤੋ ਜਗ ਜਨਮ ਸੰਕਟ ਨਹੀਂ ਆਇਆ। ਜਨ ਰਵਿਦਾਸ ਰਾਮ ਰੰਗ ਰਾਤਾ, ਇਉਂ ਗੁਰ ਪ੍ਰਸਾਦ ਨਰਕ ਨਹੀਂ ਜਾਤਾ। ਗੁਰਮੁਖੋ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਭਗਤ ਸਾਹਿਬਾਨ ਨੂੰ ਕਿੰਨਾ ਸਤਿਕਾਰਦੇ ਤੇ ਕਿੰਨਾ ਪਿਆਰਦੇ ਸਨ, ਉਹਦਾ ਇੱਕ ਨੁਕਤਾ ਮੈਂ ਤੁਹਾਡੀ ਤਵੱਜੋ ਵਿੱਚ ਲਿਆਉਣਾ ਹੈ। ਮਨੁੱਖ ਸਫ਼ਰ ਵਿੱਚ ਹੋਵੇ ਨਾ ਸਫ਼ਰ ਵਿੱਚ, ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਮੇਰੇ ਕੋਲ ਸਾਮਾਨ ਘੱਟ ਤੋਂ ਘੱਟ ਹੋਵੇ। ਸਾਡੇ ਪੰਜਾਬੀ ਦੀ ਕਹਾਵਤ ਹੈ, ਭਗਤਾਂ ਨੂੰ ਗੁਰੂ ਨਾਨਕ ਸਾਹਿਬ ਨੇ ਕਿੰਨਾ ਸਤਿਕਾਰਿਆ, ਕਿੰਨਾ ਪਿਆਰਿਆ। ਅਸੀਂ ਸੇਧ ਲੈਣੀ ਹੈ ਔਰ ਸਤਿਕਾਰ ਕਰਨਾ। ਔਰ ਸਤਿਕਾਰ ਦਾ ਤਰੀਕਾ ਇਹ ਨਹੀਂ ਵੀ ਭਗਤ ਰਵਿਦਾਸ ਸਾਹਿਬ ਦੀ ਤਸਵੀਰ ਘਰ 'ਚ ਲਗਾ ਲੈਣੀ ਕਾਫੀ ਹੈ। ਨਹੀਂ, ਸਤਿਕਾਰ ਦਾ ਤਰੀਕਾ ਹੈ ਵੀ ਅਸੀਂ ਭਗਤ ਰਵਿਦਾਸ ਜੀ ਦਾ ਜਨਮ ਦਿਨ ਚੇਤਾ ਰੱਖੀਏ, ਅਸੀਂ ਉਹਨਾਂ ਦੇ ਬਚਨਾਂ ਨੂੰ ਪੜ੍ਹੀਏ, ਸਮਝੀਏ, ਸਮਝਾਈਏ, ਉਹ ਅਮਲ ਵਿੱਚ ਲਿਆਵੀਏ, ਫੋਲੋ ਵੀ ਕਰਨ ਦੀ ਕੋਸ਼ਿਸ਼ ਕਰੀਏ। ਇਹ ਹੈ ਉਹਨਾਂ ਨੂੰ ਸੱਚੀ ਸ਼ਰਧਾਂਜਲੀ। ਸਤਿਕਾਰ ਅਸਾਂ ਤਾਂ ਕਰਨਾ ਹੈ ਵੀ ਸਿੱਖ ਕੌਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ, ਇਹਨਾਂ ਭਗਤਾਂ ਨੂੰ ਇਸ ਜੋਤ ਨੇ ਕਿੰਨਾ ਸਤਿਕਾਰਿਆ ਤੇ ਕਿੰਨਾ ਪਿਆਰਿਆ। ਉਹਦੀਆਂ ਮੈਂ ਦੋ ਇੱਕ ਘਟਨਾ ਤੁਹਾਡੇ ਨਾਲ ਪਹਿਲੀਆਂ ਸਾਂਝੀਆਂ ਕਰਨਾ। ਭਗਤ ਜੀ ਦੇ ਜੀਵਨ ਦਾ ਛੋਟਾ ਜਿਹਾ ਗੁਲਦਸਤਾ ਮੈਂ ਫਿਰ ਤੁਹਾਡੀ ਨਜ਼ਰ ਕਰਾਂਗਾ। ਸਫ਼ਰ ਵਿੱਚ ਅਸੀਂ ਤੁਸੀਂ ਹੋਵੀਏ ਨਾ, ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਸਫ਼ਰ 'ਚ ਸਮਾਨ ਘੱਟ ਹੋਵੇ। ਪੰਜਾਬੀ ਦੀ ਕਹਾਵਤ ਬਣ ਗਈ, ਹੌਲਾ ਭਾਰ ਸਾਥ ਦਾ ਮੋਹਰੀ। ਸਫ਼ਰ ਵਿੱਚ ਜਿੰਨਾ ਘੱਟ ਭਾਰ ਹੈ ਉਨੀ ਚੰਗੀ ਗੱਲ ਹੈ।
ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਫ਼ਰ ਦਾ ਜ਼ਿਕਰ ਹੈ ਵੀ ਮਰਦਾਨਾ ਜੀ ਕੋਲ ਰਬਾਬ ਹੈ ਤੇ ਗੁਰੂ ਨਾਨਕ ਸਾਹਿਬ ਕੋਲ ਕੋਈ ਬੈਗ ਨਹੀਂ। ਗੇਰੂਏ ਰੰਗ ਦੇ ਕੱਪੜੇ ਨੇ ਤਾਂ ਕਿ ਮੈਲੇ ਹੋਣ ਤੇ ਪਤਾ ਨਾ ਲੱਗੇ, ਉਹ ਹੀ ਧੋ ਲੈਂਦੇ ਨੇ, ਉਹ ਹੀ ਪਾ ਲੈਂਦੇ ਨੇ। ਇੱਕ ਜੋੜੀ ਕੱਪੜਿਆਂ ਦੀ ਵੀ ਨਾਲ ਚੁੱਕਣੀ ਮੁਨਾਸਬ ਨਹੀਂ ਸਮਝੀ। ਪਰ ਜਿਹੜੀ ਭਗਤਾਂ ਦੀ ਬਾਣੀ ਵੱਖ-ਵੱਖ ਪ੍ਰਾਂਤਾਂ ਚੋਂ, ਸੂਬਿਆਂ ਚੋਂ, ਰਿਆਸਤਾਂ ਵਿੱਚੋਂ, ਖਿੱਤਿਆਂ ਚੋਂ ਇਕੱਠੀ ਕੀਤੀ ਸੀ ਨਾ ਗੁਰੂ ਨਾਨਕ ਸਾਹਿਬ ਨੇ, ਉਹਨੂੰ ਹਰ ਵਕਤ ਪੋਥੀ ਦੇ ਰੂਪ 'ਚ, ਕਿਤਾਬ ਦੇ ਰੂਪ 'ਚ ਹਿੱਕ ਨਾਲ ਲਾ ਕੇ ਰੱਖਣਾ। ਸਬੂਤ ਕੀ ਹੈ ਗਿਆਨੀ ਜੀ? ਬਈ ਉਹ ਭਗਤਾਂ ਦੀ ਬਾਣੀ ਨੂੰ ਹਿੱਕ ਨਾਲ ਲਾ ਕੇ ਰੱਖਦੇ ਸਨ। ਇਹਨੂੰ ਕੋਡ ਕਿੱਥੋਂ ਕਰੋਗੇ? ਇਹਦਾ ਸਬੂਤ ਕੀ ਹੈ ਤੁਹਾਡੇ ਕੋਲ? ਤਸੱਲੀ ਹੋਵੇ ਇਸ ਲਈ ਮੈਂ ਸਬੂਤ ਦਿਆਂ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣੀ ਤੀਜੀ ਉਦਾਸੀ ਜਾਂ ਪ੍ਰਚਾਰਕ ਫੇਰੀ ਤੇ ਨਿਕਲੇ, ਤੇ ਜਿਹਨੂੰ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ ਵੀ ਮੱਕਾ ਮਦੀਨਾ ਸਾਹਿਬ ਨਵਾਇਆ, ਫਿਰ ਬਾਬਾ ਗਿਆ ਬਗਦਾਦ ਨੂੰ, ਫਿਰ ਬਾਬਾ ਮੱਕੇ ਗਿਆ, ਇਤਿਆਦ। ਇਹ ਪੰਕਤੀਆਂ ਪ੍ਰਤੀਕ ਨੇ ਵੀ ਆਪ ਜੀ ਅਰਬ ਦੇਸ਼ ਵਿੱਚ ਮੁਸਲਮਾਨਾਂ ਦਾ ਜੋ ਮਰਕਜ਼ ਹੈ, ਹੈੱਡਕੁਆਟਰ ਮੱਕਾ ਹੈ, ਉੱਥੇ ਗਏ। ਕਹਿੰਦੇ ਨੇ ਜਦੋਂ ਹਜ਼ੂਰ ਉੱਥੇ ਗਏ ਤੇ ਮਹਾਰਾਜ ਨੇ ਵੇਸ ਆਪਣਾ ਮੁਸਲਮਾਨੀ ਬਣਾਇਆ ਹੋਇਆ ਸੀ, ਕਿਉਂਕਿ ਗੈਰ ਮੁਸਲਮਾਨ ਨੂੰ ਉਹ ਅੰਦਰ ਜਾਣ ਹੀ ਨਹੀਂ ਸਨ ਦਿੰਦੇ। ਤੇ ਉੱਥੇ ਗੁਰਮੁਖੋ ਕੰਨ ਮਨ ਦੋਵੇਂ ਚੰਦ ਮਿੰਟ ਮੇਰੇ ਵੱਲ ਦਿਆ ਜੇ। ਉੱਥੇ ਕਾਜ਼ੀਆਂ ਨੇ ਅਜੀਬ ਜਿਹਾ ਹਜ਼ੂਰ ਦਾ ਲਿਬਾਸ ਵੇਖ ਕੇ, ਪਰ ਚਿਹਰੇ ਤੇ ਨੂਰ ਏ ਔਰ ਵੱਖਰਾ ਨੂਰ ਏ, ਅੱਖਾਂ ਵਿੱਚ ਚਮਕ ਕੇ, ਅੱਖਾਂ 'ਚ ਅੱਖਾਂ ਨਹੀਂ ਪਾਈਆਂ ਜਾਂਦੀਆਂ, ਕਦਮਾਂ 'ਚ ਕ੍ਰਾਂਤੀ ਏ, ਜ਼ੁਬਾਨ ਦੀ ਨੋਕ ਤੇ ਬਰਕਤ ਏ, ਲੱਛਣ ਦੱਸ ਦਿੰਦੇ ਨੇ। ਉਹਨਾਂ ਆਖਿਆ ਕੋਈ ਪੁਰਖ ਸਧਾਰਨ ਨਹੀਂ, ਇਹ ਕੋਈ ਖਾਸ ਬੰਦਾ ਹੈ। ਤੇ ਉਹ ਕਹਿੰਦੇ ਨੇ ਵੀ ਬਾਬਾ ਇਹ ਜਿਹੜੀ ਤੇਰੇ ਕੋਲ ਕਿਤਾਬ ਏ, ਲਿਹਾਜ਼ਾ ਇਸ ਕਿਤਾਬ ਦੇ ਅੰਦਰ ਮੁਸਲਮਾਨਾਂ ਬਾਰੇ, ਹਿੰਦੂਆਂ ਬਾਰੇ ਕੁਛ ਲਿਖਿਆ ਹੋਵੇਗਾ। ਹਜ਼ੂਰ ਕਹਿਣਗੇ ਬਹੁਤ ਕੁਛ ਲਿਖਿਆ ਹੈ ਨਾ। ਕਹਿਣਗੇ ਬਾਬਾ ਫਿਰ ਆਪਣੀ ਇਸ ਕਿਤਾਬ ਦੇ ਮੁਤਾਬਕ ਸਾਨੂੰ ਦੱਸ ਵੀ ਮੁਸਲਮਾਨ ਚੰਗੇ ਹੁੰਦੇ ਨੇ ਕਿ ਹਿੰਦੂ ਚੰਗੇ ਹੁੰਦੇ ਨੇ। ਪੁੱਛਣ ਫੋਲ ਕਿਤਾਬ ਨੂੰ, ਫੋਲ ਫੱਫਾ ਹੋੜਾ ਲੱਲਾ, ਫੋਲ ਕੇ ਕਿਤਾਬ ਨੂੰ ਫੋਲ ਕੇ ਸਾਨੂੰ ਦੱਸ ਵੀ ਹਿੰਦੂ ਵੱਡਾ ਕਿ ਮੁਸਲਮਾਨੋਈ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ। ਹੁਣ ਉਹ ਕਿਤਾਬ ਕੀ ਸੀ? ਉਹ ਕਿਤਾਬ ਗੁਰੂ ਨਾਨਕ ਸਾਹਿਬ ਦੇ ਆਪਣੇ ਬਚਨ ਔਰ 15 ਭਗਤ ਸਾਹਿਬਾਨ ਦੀ ਬਾਣੀ ਲਿਖੀ ਹੋਈ, ਔਰ ਹਰ ਵਕਤ ਹਿੱਕ ਨਾਲ ਲਾ ਕੇ ਕੱਛ ਵਿੱਚ ਦੇ ਕੇ, ਕਹਿੰਦੇ ਨਾ ਵੀ ਆਸਾ ਹੱਥ ਕਿਤਾਬ ਕੱਛ। ਉਹ ਜਿਹੜੀ ਕਿਤਾਬ ਕੱਛੇ ਮਾਰੀ ਸੀ ਨਾ ਗੁਰੂ ਨਾਨਕ ਸਾਹਿਬ ਨੇ, ਉਹਦੇ 'ਚ ਗੁਰੂ ਨਾਨਕ ਸਾਹਿਬ ਦੇ ਆਪਣੇ ਬਚਨ ਸਨ ਤੇ ਭਗਤਾਂ ਦੇ ਬਚਨ ਸਨ। ਅਜੇ ਦੂਜੇ ਪਾਤਸ਼ਾਹ ਤੇ ਗੱਦੀ ਤੇ ਨਹੀਂ ਬੈਠੇ, ਉਹਨਾਂ ਦੇ ਬਚਨ ਕਿੱਥੋਂ ਹੋਣੇ ਸਨ? ਤੀਜੇ, ਚੌਥੇ, ਪੰਜਵੇਂ, ਛੇਵੇਂ, ਸੱਤਵੇਂ, ਅੱਠਵੇਂ, ਨੌਵੇਂ, 10ਵੇਂ ਬਾਅਦ 'ਚ ਹੋਏ। ਇਸ ਵਾਸਤੇ ਉਸ ਕਿਤਾਬ ਵਿੱਚ ਸਿਰਫ ਗੁਰੂ ਨਾਨਕ ਸਾਹਿਬ ਦੀ ਬਾਣੀ ਸੀ, ਭੱਟਾਂ ਦੀ ਬਾਣੀ ਵੀ ਨਹੀਂ ਸੀ, ਸਿੱਖਾਂ ਦੀ ਬਾਣੀ ਵੀ ਨਹੀਂ ਸੀ, ਔਰ ਸਿਰਫ ਭਗਤਾਂ ਦੀ 15 ਦੀ ਬਾਣੀ ਸੀ। ਉਹਨਾਂ ਵਿੱਚੋਂ ਇੱਕ ਭਗਤ ਰਵਿਦਾਸ ਸਾਹਿਬ ਮਹਾਰਾਜ ਜੀ ਵੀ ਸਨ। ਇੱਕ ਗੱਲ। ਦੂਜੀ ਬੇਨਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 6 ਗੁਰੂ ਸਾਹਿਬ ਔਰ 15 ਭਗਤ, 11 ਭੱਟ, 3 ਗੁਰਸਿੱਖ। ਭਾਈ ਮਰਦਾਨਾ ਜੀ ਨੂੰ ਮੁਖਾਤਬ ਮਹਾਰਾਜ ਹੋਏ ਨੇ, ਉਹਨਾਂ ਦੀ ਬਾਣੀ ਨੇ ਮੁਖਾਤਬ ਤੇ ਲਾਲੋ ਜੀ ਨੂੰ ਵੀ ਹੋਏ ਨੇ। ਇਸ ਤਰ੍ਹਾਂ ਫਿਰ 37 ਹੋ ਜਾਣਗੇ। ਨਹੀਂ, ਬਾਣੀ 35 ਮਹਾਂਪੁਰਸ਼ਾਂ ਦੀ ਹੈ। 6 ਗੁਰੂ, 15 ਭਗਤ, 21, 11 ਤੇ 3 14, ਉਹ 21 ਤੇ 11 ਇਹ 35 ਮਹਾਂਪੁਰਸ਼ ਬਣਦੇ ਨੇ। ਮਹਾਂਪੁਰਸ਼ 35 ਨੇ ਜਿਨ੍ਹਾਂ ਦੇ ਪਵਿੱਤਰ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਿਰੂਪਣ ਕੀਤੇ ਗਏ ਨੇ। ਉਹਨਾਂ ਦੇ ਨਾਂ ਵੱਖਰੇ ਵੱਖਰੇ ਨੇ। ਧੰਨ ਗੁਰੂ ਨਾਨਕ, ਧੰਨ ਗੁਰੂ ਅੰਗਦ ਸਾਹਿਬ, ਧੰਨ ਗੁਰੂ ਅਮਰਦਾਸ, ਧੰਨ ਗੁਰੂ ਰਾਮਦਾਸ, ਕ੍ਰਮਵਾਰ ਗੁਰੂ ਗੋਬਿੰਦ ਸਿੰਘ। ਇਸੇ ਤਰ੍ਹਾਂ ਭਗਤਾਂ ਵਿੱਚੋਂ ਭਗਤ ਕਬੀਰ ਸਾਹਿਬ ਮਹਾਰਾਜ, ਨਾਮਦੇਵ ਸਾਹਿਬ, ਰਵਿਦਾਸ ਸਾਹਿਬ, ਪੀਪਾ ਸਾਹਿਬ, ਧੰਨਾ ਸਾਹਿਬ, ਔਰ ਇਸੇ ਤਰ੍ਹਾਂ 15 ਭਗਤ। ਫਿਰ ਜਲ, ਕਲ, ਨਲ, ਇਹ ਸਾਰੇ ਭੱਟ, ਸੱਤਾ, ਬਲਵੰਡ ਤੇ ਸੁੰਦਰ, ਇਹ ਗੁਰਸਿੱਖ। 35 ਮਹਾਂਪੁਰਸ਼ਾਂ ਦੇ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਿਰੂਪਣ ਨੇ। ਪਰ ਜਿੰਨੇ ਵੀ ਬਚਨ ਨੇ, ਇਹ ਬਚਨ ਦਰਗਾਹੀ ਨੇ। ਇਹ ਬਚਨ ਭਗਤ ਰਵਿਦਾਸ ਜੀ ਦੇ ਨਹੀਂ, ਮੈਨੂੰ ਖਿਮਾ ਕਰਨਾ, ਬਚਨ ਗੁਰੂ ਨਾਨਕ ਦੇ ਨਹੀਂ। ਅਸੀਂ ਕਹਿ ਦਿੰਦੇ ਹਾਂ ਭਾਵੇਂ, ਫਿਰ ਬਚਨ ਕਿਹਦੇ ਨੇ? ਬਾਣੀ ਪੜ੍ਹੋ। ਹਜ਼ੂਰ ਕਹਿੰਦੇ ਨੇ ਹਉ ਆਪੋਂ ਬੋਲ ਨਾ ਜਾਣਦਾ, ਮੈਂ ਆਪੇ ਤੇ ਬੋਲਣਾ ਹੀ ਨਹੀਂ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀ। ਜੋ ਅਕਾਲ ਪੁਰਖ ਦਾ ਹੁਕਮ ਆਉਂਦਾ ਮੈਂ ਉਹ ਬੋਲਣਾ, ਮੈਂ ਤੇ ਕੁਝ ਬੋਲ ਹੀ ਨਹੀਂ ਸਕਦਾ। ਵੇਖੋ ਨਾ, ਸਾਡੇ ਘਰ ਟੈਲੀਵਿਜ਼ਨ ਨੇ, ਸਾਡੇ ਘਰ 'ਚ ਰੇਡੀਓ, ਪਿੱਛੋਂ ਬਰੋਡਕਾਸਟਿੰਗ ਹੀ ਨਹੀਂ ਹੋ ਰਹੀ, ਰੇਡੀਓ ਕੀ ਕਰੇਗਾ?
ਮੰਨ ਲਿਆ ਵੀ ਸਟੇਸ਼ਨ ਸਵੇਰੇ ਵਿਵਿਧ ਭਾਰਤੀ 6 ਵਜੇ ਖੁੱਲ੍ਹਦਾ ਹੈ, ਤੁਸੀਂ 5 ਵਜੇ ਲਾ ਕੇ ਬੈਠ ਜਾਓ, ਛਾਂ ਕਰੀ ਜਾਏਗਾ ਰੇਡੀਓ, ਉਹਦੇ 'ਚੋਂ ਕੋਈ ਵਾਕ ਥੋੜ੍ਹਾ ਨਿਕਲਣੇ ਨੇ। ਇਹ ਜਿਹੜੇ ਮਹਾਂਪੁਰਸ਼ ਨੇ ਇਹਨਾਂ ਤੇ ਗੁਰਬਾਣੀ ਆਇਦ ਹੋਈ ਹੈ, ਗੁਰਬਾਣੀ ਦਰਗਾਹ 'ਚੋਂ ਆਈ ਹੈ। ਇਸ ਵਾਸਤੇ ਹਜ਼ੂਰ ਕਹਿੰਦੇ ਨੇ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਇਹ 2-3 ਪ੍ਰਮਾਣ ਮੈਂ ਤਾਂ ਅਰਜ਼ ਕੀਤੇ ਨੇ ਵੀ ਤਸੱਲੀ ਹੋਵੇ ਵੀ ਇਹ ਬਾਣੀ ਦਰਗਾਹ ਚੋਂ ਆ ਰਹੀ ਹੈ। ਔਰ ਅਸੀਂ ਕੋਈ ਲੱਕੜ ਦਾ ਡੱਬਾ ਬਣਾ ਕੇ ਰੱਖਦੀ, ਉਹਦੇ ਵਿੱਚੋਂ ਬਾਣੀ ਥੋੜਾ, ਉਹਦੇ ਚੋਂ ਕੋਈ ਬਰੋਡਕਾਸਟਿੰਗ ਥੋੜਾ ਸੁਣਾਂਗੇ। ਪੂਰਾ ਟਰਾਂਜਿਸਟਰ ਸਿਸਟਮ ਚਾਹੀਦਾ, ਰੇਡੀਓ ਚਾਹੀਦਾ, ਫਿਰ ਉਹਨੂੰ ਸਟੇਸ਼ਨ ਨੂੰ ਪਕੜਦਾ। ਇਹ ਰੇਡੀਓ ਸਟੇਸ਼ਨ 35 ਸਨ, 36ਵਾਂ ਕੋਈ ਨਹੀਂ ਸੀ, 34 ਵੀ ਨਹੀਂ ਸਨ। ਹੁਣ ਬਰੋਡਕਾਸਟਿੰਗ ਜਲੰਧਰ ਤੋਂ ਹੋ ਰਹੀ ਹੈ, ਔਰ ਸਾਡੇ ਘਰ ਫਿਲਿਪਸ ਦਾ ਰੇਡੀਓ ਹੈ, ਕਿਸੇ ਦੂਜੇ ਦੇ ਘਰ ਮਰਫੀ ਦਾ ਹੈ, ਤੀਜੇ ਦੇ ਘਰ ਸੋਨੀ ਦਾ ਹੈ, ਚੌਥੀ ਹੋਰ ਕੰਪਨੀ, 5ਵੀਂ ਹੋਰ, 6ਵੀਂ ਹੋਰ, 7ਵੀਂ ਹੋਰ, ਪਰ ਬਰੋਡਕਾਸਟਿੰਗ ਤੇ ਰੇਡੀਓ ਸਟੇਸ਼ਨ ਤੋਂ ਹੋ ਰਹੀ ਹੈ ਨਾ। ਇਸੇ ਤਰ੍ਹਾਂ ਬਾਣੀ ਦਰਗਾਹ 'ਚੋਂ ਆ ਰਹੀ ਹੈ, ਉਹ ਉੱਤਰ ਕਿਸੇ ਗੁਰੂ ਸਾਹਿਬ ਤੇ ਰਹੀਏ, ਕਿਸੇ ਭਗਤ ਸਾਹਿਬ ਤੇ ਰਹੀਏ, ਕਿਸੇ ਭੱਟ ਸਾਹਿਬ ਤੇ ਰਹੀਏ, ਕਿਸੇ ਗੁਰਸਿੱਖ ਤੇ ਉੱਤਰ ਰਹੀਏ। ਇਸ ਲਈ ਸਾਰੀ ਬਾਣੀ ਇੱਕੋ ਥਾਂ ਤੋਂ ਆਈ ਹੈ, ਤਾਂ ਕਹਿੰਦੇ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਇਸ ਲਈ ਕੋਈ ਬਾਣੀ ਵੱਧ ਸਤਿਕਾਰਯੋਗ ਨਹੀਂ ਤੇ ਕੋਈ ਬਾਣੀ ਘੱਟ ਵੀ ਨਹੀਂ, ਸਾਰੀ ਹੀ ਬਾਣੀ ਬਰਾਬਰ ਸਤਿਕਾਰ ਦੀ ਹੈ, ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਸ਼ਰਤੇ ਕਿ ਨਿਰੂਪਣ ਹੋਈ ਹੈ, ਬਾਹਰ ਦੀ ਗੱਲ ਨਹੀਂ। ਇਸ ਵਾਸਤੇ ਜਿਹੜੇ ਬਚਨ ਨੇ ਇਹ ਦਰਗਾਹ 'ਚੋਂ ਆਏ ਨੇ, ਔਰ ਭਗਤ ਰਵਿਦਾਸ ਸਾਹਿਬ ਮਹਾਰਾਜ ਦੇ ਉੱਤੇ ਆਇਦ ਹੋਏ ਨੇ, ਜਿਸ ਤਰ੍ਹਾਂ ਗੁਰੂ ਸਾਹਿਬ ਤੇ ਹੋਏ ਨੇ, ਬਾਕੀ ਭਗਤ ਸਾਹਿਬਾਨ ਦੇ ਉੱਤੇ ਹੋਏ ਨੇ। ਜਦੋਂ ਅਸੀਂ ਭਗਤ ਰਵਿਦਾਸ ਸਾਹਿਬ ਮਹਾਰਾਜ ਦਾ ਜੀਵਨ ਪੜ੍ਹਨੇ ਆ, ਤੇ ਮੈਂ ਇਹ ਵੀ ਅਰਜ਼ ਕਰਦਿਆਂ ਵੀ ਇਹਨਾਂ ਭਗਤਾਂ ਨੇ ਜਿਹੜੇ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਦੇ ਸਨ, ਜਿਨ੍ਹਾਂ 'ਚ ਭਗਤ ਕਬੀਰ ਸਾਹਿਬ ਨੇ, ਭਗਤ ਨਾਮਦੇਵ ਸਾਹਿਬ ਨੇ, ਭਗਤ ਰਵਿਦਾਸ ਸਾਹਿਬ ਨੇ, ਭਗਤ ਸਦਨਾ ਜੀ ਨੇ, ਔਰ ਹੋਰ ਵੀ ਕਈ ਭਗਤ ਇਸ ਤਰ੍ਹਾਂ ਦੇ ਜਿਹੜੇ ਲਿਹਾਜ਼ਾ ਬ੍ਰਾਹਮਣ ਦੀ ਵਰਨ ਵੰਡ ਅਨੁਸਾਰ ਉਹ ਦਲਿਤ ਭਾਈਚਾਰੇ ਚਲੇ ਜਾਂਦੇ ਨੇ। ਗੁਰਮਤ ਵਿੱਚ ਕੋਈ ਦਲਿਤ ਨਹੀਂ, ਇਹ ਵੀ ਮੈਂ ਬੇਨਤੀ ਕਰਦੇ ਹਾਂ। ਉਹਨਾਂ ਸੱਜਣਾ ਨੇ ਜਿਨ੍ਹਾਂ ਨੂੰ ਇਹਨਾਂ ਨੇ ਦਲਿਤ ਗਰਦਾਨਿਆ ਸੀ, ਜਾਤ ਪਾਤ ਦੇ ਖਿਲਾਫ ਉਹਨਾਂ ਨੇ ਆਵਾਜ਼ ਉਠਾਈ, ਔਰ ਜਾਤ ਪਾਤ ਦੇ ਅਗੇਂਸਟ ਆਵਾਜ਼ ਉਠਾਣੀ ਕੋਈ ਸੌਖਾ ਕੰਮ ਨਹੀਂ ਸੀ। ਇੱਕ ਪੁਰਖੀ ਰਾਜ ਸੀ, ਕੋਈ ਦਲੀਲ ਨਹੀਂ, ਕੋਈ ਅਪੀਲ ਨਹੀਂ, ਕੋਈ ਮੀਡੀਆ ਨਹੀਂ, ਕੋਈ ਗੁਰਮੁਖੋ ਹਿਊਮਨ ਰਾਈਟਸ ਨਹੀਂ, ਕੁਛ ਨਹੀਂ, ਸਭ ਕੁਝ ਨਦਾਰ ਦੇ। ਰਾਜਾ ਜਿਹਨੂੰ ਮਰਜ਼ੀ ਪਕੜੇ ਫਾਂਸੀ ਲਗਾ ਦੇ, ਉਮਰ ਕੈਦ ਕਰਦਾ, ਜੋ ਮਰਜ਼ੀ ਕਰਦਾ, ਕੋਈ ਉੱਥੇ ਦਲੀਲ ਅਪੀਲ ਨਹੀਂ ਸੀ ਚੱਲਦੀ। ਬਾਵਜੂਦ ਇਹਦੇ ਇਹਨਾਂ ਭਗਤਾਂ ਨੇ ਇਸ ਛੂਤ ਛਾਤ ਦੇ ਖਿਲਾਫ ਆਵਾਜ਼ ਉਠਾਈ। ਪਰ ਜਿੱਥੋਂ ਤੱਕ ਪ੍ਰੈਕਟੀਕਲ ਗੱਲ ਹੈ, ਉਹ ਗੁਰੂ ਨਾਨਕ ਸਾਹਿਬ ਦੀ ਗੱਦੀ ਨੇ ਕੀਤਾ। ਗੁਰੂ ਨਾਨਕ ਸਾਹਿਬ ਨੇ ਐਲਾਨੀਆ ਇਹ ਕਿਹਾ ਵੀ ਸਾਡੇ ਘਰ ਦੀ ਰੀਤ ਵਿੱਚ ਮਨੁੱਖਤਾ ਨਾਲ ਕੋਈ ਵਿਤਕਰਾ ਨਹੀਂ ਹੋਵੇਗਾ, ਕੋਈ ਕਿਸੇ ਵੀ ਵਰਗ ਨਾਲ ਸੰਬੰਧ ਹੈ, ਖੱਤਰੀ ਬ੍ਰਾਹਮਣ ਸੂਦ ਵੈਸ, ਉਹਨੂੰ ਸੰਗਤ ਵਿੱਚ ਕੀ ਹੋਵੇਗਾ, ਉਪਦੇਸ਼ ਚੋਂ ਵਰਨਾ ਕੋ ਸਾਂਝਾ। ਉਹ ਪੰਗਤ ਵਿੱਚ ਸਾਰੇ ਇਕੱਠੇ ਪ੍ਰਸ਼ਾਦਾ ਛਕਣਗੇ, ਸੰਗਤ ਵਿੱਚ ਸਾਰੇ ਇਕੱਠੇ ਬਾਣੀ ਪੜ੍ਹਨਗੇ, ਔਰ ਇੱਕੋ ਪਾਣੀ ਵਿੱਚ ਇਸ਼ਨਾਨ ਕਰਨਗੇ। ਵੱਖਰੇ ਵੱਖਰੇ ਸਰੋਵਰ ਨਹੀਂ ਬਣਨਗੇ, ਵੱਖਰਾ ਬਾਟਾ ਨਹੀਂ ਬਣੇਗਾ, ਇੱਕੋ ਬਾਟੇ 'ਚੋਂ ਸਾਰਿਆਂ ਨੂੰ ਅੰਮ੍ਰਿਤ ਛਕਣਾ ਪਏਗਾ। ਇਹ ਪ੍ਰੈਕਟੀਕਲ ਸ਼ੇਪ ਕਿਹਨੇ ਦਿੱਤੀ? ਗੁਰੂ ਨਾਨਕ ਸਾਹਿਬ ਦੇ ਘਰ ਨੇ। ਪਰ ਭਗਤਾਂ ਨੇ ਸ਼ੁਰੂਆਤ ਕਰ ਦਿੱਤੀ, ਔਰ ਉਹ ਸ਼ੁਰੂਆਤ ਕੀਤੀ ਇਸ ਜ਼ੁਲਮ ਦੇ ਅਗੇਂਸਟ ਆਵਾਜ਼ ਉਠਾ ਕੇ। ਕਿਉਂ? ਕਿਉਂਕਿ ਇਸ ਦੇਸ਼ ਵਿੱਚ ਗੁਰਮੁਖੋ ਇਸ ਵਰਗ ਨਾਲ ਇੰਨਾ ਕੁ ਧੱਕਾ ਹੋਇਆ, ਜਿਹਨੂੰ ਪੜ੍ਹ ਕੇ ਤੇ ਸੁਣ ਕੇ ਨਾ ਰੌਂਗਟੇ ਖੜੇ ਹੋ ਜਾਂਦੇ ਨੇ। ਪੜ੍ਹਦਿਆਂ ਪੜ੍ਹਦਿਆਂ ਯਕੀਨ ਜਾਣਿਆ, ਜੇ ਮੈਂ ਝੂਠ ਨਹੀਂ ਬੋਲਦਾ, ਅੱਖਾਂ ਗਿੱਲੀਆਂ ਹੋ ਜਾਂਦੀਆਂ ਨੇ। ਇੰਨਾ ਕੁ ਜਾਤ ਅਭਿਮਾਨੀ ਲੋਕਾਂ ਨੇ ਇਸ ਵਰਗ ਦੇ ਨਾਲ ਧੱਕਾ ਕੀਤਾ, ਇੰਨੇ ਕੁ ਜ਼ੁਲਮ ਕੀਤੇ ਵੀ ਬੰਦੇ ਨੂੰ ਵਿਸ਼ਵਾਸ ਨਹੀਂ ਹੁੰਦਾ ਵੀ ਇੰਨੇ ਕਠੋਰ ਹਿਰਦੇ ਵਾਲੇ ਲੋਕ ਵੀ ਹੋਣਗੇ। ਜੇ ਕੋਈ ਸ਼ੂਦਰ ਵੇਦਾਂ ਦਾ ਪਾਠ ਸੁਣ ਲੈ, ਜਿੱਥੇ ਪਾਠ ਹੋ ਰਿਹਾ ਨਹੀਂ ਜਾ ਸਕਦਾ, ਅਚਾਨਕ ਉਧਰੋਂ ਦੀ ਲੰਘ ਰਿਹਾ, ਉਹਦੇ ਕੰਨਾਂ 'ਚ ਵੇਦਾਂ ਦਾ ਪਾਠ ਪੈ ਗਿਆ, ਸਿੱਕਾ ਢਾਲ ਕੇ ਉਹਦੇ ਕੰਨ 'ਚ ਪਾ ਦਿਓ, ਉਹਨੂੰ ਸਜ਼ਾ ਦਿਓ। ਕੋਈ ਵੇਦ ਦੀ ਪੰਕਤੀ ਉਚਾਰ ਦਿੱਤੀ, ਜ਼ਬਾਨ ਕੱਟ ਦਿਓ ਇਹਦੀ, ਰਸਤੇ ਵੱਖਰੇ ਬਣਾ ਦਿੱਤੇ, ਸਾਡੇ ਤੇ ਪਰਛਾਵਾਂ ਨਹੀਂ ਤੁਹਾਡਾ ਪੈਣਾ ਚਾਹੀਦਾ।
ਇੰਨੀ ਸਖਤੀ ਵਰਤੀ ਗਈ, ਇੱਥੋਂ ਤੱਕ ਗੋਸਵਾਮੀ ਤੁਲਸੀਦਾਸ ਉਹਨਾਂ ਨੇ ਤੁਲਸੀ ਜਿਹੜਾ ਰਾਮਾਇਣ ਦਾ ਉਤਾਰਾ ਕੀਤਾ ਉਹਦਾ ਨਾਂ ਹੀ ਤੁਲਸੀ ਰਾਮਾਇਣ ਪੈ ਗਿਆ। ਧਾਰਮਿਕ ਗ੍ਰੰਥ ਹੈ, ਸਤਿਕਾਰਯੋਗ ਹੈ, ਮੈਂ ਡਰ ਕੇ ਗੱਲ ਕਰਾਂ, ਪਰ ਉਹਨਾਂ ਨੇ ਉਹਦੇ ਵਿੱਚ ਇੱਕ ਗੱਲ ਅੰਕਿਤ ਕਰ ਦਿੱਤੀ। ਔਰ ਸਾਧ ਸੰਗਤ ਉਹ ਗੱਲ ਇਹ ਸੀ ਕਿ ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ। ਢੋਲ ਨੂੰ ਕੁੱਟਦੇ ਰਹਿਣਾ ਚਾਹੀਦਾ, ਗਵਾਰ ਨੂੰ ਮਾਰਦੇ ਰਹਿਣਾ ਚਾਹੀਦਾ। ਢੋਲ ਗਵਾਰ ਸ਼ੂਦਰ ਪਸ਼ੂ ਤੇ ਨਾਰੀ ਨੂੰ ਵੀ ਉਸੇ ਕਤਾਰ 'ਚ ਖੜਾ ਕੀਤਾ। ਇਹਨਾਂ ਨੂੰ ਡਾਂਟਦੇ ਰਹਿਣਾ ਚਾਹੀਦਾ, ਡਪਟਦੇ ਰਹਿਣਾ ਚਾਹੀਦਾ, ਕੁੱਟਦੇ ਰਹਿਣਾ ਚਾਹੀਦਾ। ਇਹ ਕੁੱਟਿਆ ਹੋਇਆ ਹੀ ਸੂਤਰ ਆਉਂਦੇ ਨੇ। ਹੱਦ ਹੋ ਗਈ ਏ। ਜੇ ਧਾਰਮਿਕ ਗ੍ਰੰਥ ਇਹ ਉਪਦੇਸ਼ ਦੇ ਰਿਹਾ ਹੈ ਤੇ ਇਹ ਵਰਗ ਜਾਏਗਾ ਕਿੱਥੇ? ਇੱਥੋਂ ਤੱਕ ਲਿਖਿਆ ਹੈ ਵੀ ਇੱਕ ਬ੍ਰਾਹਮਣ ਦੇ ਨੌਜਵਾਨ ਬੱਚੇ ਦੀ ਨਾ ਮੌਤ ਹੋ ਗਈ। ਮੌਤ ਹੋ ਗਈ ਤੇ ਚਰਚਾ ਹੋਈ। ਅੱਗੇ ਜਵਾਨ ਮੌਤਾਂ ਕਹਿੰਦੇ ਨੇ ਘੱਟ ਹੁੰਦੀਆਂ ਸਨ, ਇਕਾਗਰਤਾ ਬਣਾਈ ਰੱਖਿਆ। ਜੇ ਕਹਿੰਦੇ ਨੇ ਮੌਤ ਜਵਾਨ ਬੱਚੇ ਦੀ ਹੋ ਗਈ ਤੇ ਚਰਚਾ ਛਿੜੀ ਵੀ ਬੱਚਾ ਮਰ ਕਿਉਂ ਗਿਆ। ਹੁਣ ਮੌਤ ਤੇ ਅਕਾਲ ਪੁਰਖ ਦੇ ਹੱਥੇ। ਬਾਹਮਣ ਕਹਿਣ ਲੱਗੇ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮਚੰਦਰ ਨੂੰ, ਰਾਮਚੰਦਰ ਜੀ ਤੁਹਾਡੇ ਰਾਜ ਵਿੱਚ ਜਵਾਨ ਮੌਤਾਂ ਹੀ ਨਹੀਂ ਹੋਣਗੀਆਂ, ਬੜਾ ਹੋਰ ਕੁਛ ਵੀ ਹੋਵੇਗਾ, ਬੜੇ ਜ਼ੁਲਮ ਹੋਣਗੇ। ਉਹ ਕਹਿਣ ਲੱਗਾ ਵੀ ਕਾਰਨ? ਕਹਿਣ ਲੱਗੇ ਤੁਹਾਡੇ ਰਾਜ ਵਿੱਚ ਇੱਕ ਸ਼ੂਦਰ ਤਪੱਸਿਆ ਕਰ ਰਿਹਾ, ਇਹ ਮੌਤਾਂ ਤਾਂ ਹੋ ਰਹੀਆਂ। ਇਸ਼ਾਰਾ ਸ਼ੰਭੂ ਰਿਸ਼ੀ ਵੱਲ ਸੀ। ਔਰ ਮੈਂ ਨਹੀਂ ਕਹਿੰਦਾ, ਹਿੰਦੂਇਜ਼ਮ ਦੀ ਹਿਸਟਰੀ ਕਹਿੰਦੀ ਏ ਬਈ ਉਹਨੇ ਇੱਕ ਘੋੜਾ ਲਿਆ ਸ਼੍ਰੀ ਰਾਮਚੰਦਰ ਨੇ ਤੇ ਤਲਵਾਰ ਲੈ ਕੇ ਘੋੜੇ ਤੇ ਚੜ ਗਿਆ। ਕਹਿਣ ਲੱਗਾ ਦੱਸੋ ਕਿੱਥੇ ਵੇ? ਔਰ ਮਰਿਆਦਾ ਪੁਰਸ਼ੋਤਮ ਅਵਤਾਰੀ ਪੁਰਸ਼ ਰਾਮਚੰਦਰ ਉਸ ਗੁਫਾ 'ਚ ਵੜ ਕੇ ਤੇ ਉਹਦਾ ਸਿਰ ਕੱਟ ਕੇ ਸ਼ੰਭੂ ਰਿਸ਼ੀ ਦਾ ਤੇ ਉਹਨੇ ਬਾਹਮਣਾਂ ਦੇ ਸਾਹਮਣੇ ਲਿਆ ਕੇ ਰੱਖਿਆ ਵੀ ਇਸ ਸ਼ੂਦਰ ਦਾ ਮੈਂ ਸਿਰ ਕੱਟ ਕੇ ਲੈ ਆਂਦਾ, ਹੁਣ ਕੋਈ ਜਵਾਨ ਮੌਤ ਨਹੀਂ ਹੋਵੇਗੀ। ਜਿਸ ਦੇਸ਼ ਦੇ ਧਾਰਮਿਕ ਗ੍ਰੰਥ ਇਹ ਕਹਿ ਰਹੇ ਹੋਣ ਵੀ ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ, ਔਰ ਜਿਸ ਦੇਸ਼ ਵਿੱਚ ਗੁਰੂ ਸਵਾਰਿਓ ਅਵਤਾਰੀ ਪੁਰਸ਼ ਕਿਸੇ ਮਨੁੱਖ ਦਾ ਸਿਰ ਇਸ ਕਰਕੇ ਕਲਮ ਕਰ ਰਿਹਾ ਹੋਵੇ ਕਿ ਤੂੰ ਸ਼ੂਦਰ ਹੋ ਕੇ ਨਾਮ ਜਪ ਰਿਹਾ ਹੈ, ਇਹ ਅਨਰਥ ਕਰ ਰਿਹਾ ਹੈ, ਉੱਥੇ ਤੇ ਫਿਰ ਰੱਬ ਹੀ ਰਾਖਾ। ਤੁਸੀਂ ਇਕਲਵਿਆ ਦੀ ਤੇ ਆਚਾਰੀਆ ਦ੍ਰੋਣ ਦੀ ਕਥਾ ਵੀ ਸੁਣੀ ਹੋਵੇਗੀ। ਕਹਿੰਦੇ ਨੇ ਆਚਾਰੀਆ ਦ੍ਰੋਣ ਕੋਲ ਇਕਲਵਿਆ ਗਿਆ ਤੇ ਕਹਿਣ ਲੱਗਾ ਗੁਰਦੇਵ ਆਚਾਰੀਆ ਜੀ ਮੈਂ ਤੁਹਾਡੇ ਕੋਲੋਂ ਧਨਕ ਵਿਦਿਆ ਸਿੱਖਣੀ ਚਾਹੁੰਦਾ, ਕਿਉਂਕਿ ਮੈਨੂੰ ਪਤਾ ਲੱਗਾ ਤੁਸੀਂ ਧਨਕ ਵਿਦਿਆ ਸਿਖਾਉਣ ਦੇ ਵਿੱਚ ਬੜੇ ਮਾਹਰ ਹੋ, ਤੁਹਾਡੀ ਦੂਰ ਦੂਰ ਤੱਕ ਮਸ਼ਹੂਰੀ। ਔਰ ਸੱਚ ਹੈ ਵੀ तमाम ਪਾਂਡਵ ਔਰ ਕੌਰਵ ਆਚਾਰੀਆ ਦ੍ਰੋਣ ਦੇ ਹੀ ਸ਼ਾਗਿਰਦ ਸਨ। ਮਹਾਰਾਜ ਤੁਸੀਂ ਧਨਕ ਵਿਦਿਆ ਸਿਖਾਉਣ 'ਚ ਬੜੇ ਨਿਪੁੰਨ ਹੋ, ਮੈਂ ਵਿਦਿਆ ਸਿੱਖਣੀ ਚਾਹੁੰਦਾ। ਕਹਿਣ ਲੱਗਾ ਕੋਈ ਗੱਲ ਨਹੀਂ, ਮੈਂ ਵਿਦਿਆ ਸਿਖਾ ਦੇਣਾ। ਅਜੇ ਕੰਮ ਸ਼ੁਰੂ ਕਰਨਾ ਸੀ ਤੇ ਕਹਿਣ ਲੱਗਾ ਕੌਣ ਹੈ? ਉਹ ਟੀਨੇਜਰ ਬੱਚਾ ਸੀ, ਤੁਸੀਂ ਸੀਰੀਅਲ 'ਚ ਵੇਖਿਆ ਹੋਵੇਗਾ। ਉਹ ਕਹਿਣ ਲੱਗਾ ਜੀ ਇਕਲਵਿਆ ਕਹਿੰਦੇ ਨੇ ਮੈਨੂੰ। ਉਹ ਕਹਿੰਦਾ ਇਕਲਵਿਆ ਤੋਂ ਮੁਰਾਦ ਨਹੀਂ, ਜਾਤ ਕੀ ਹੈ ਤੇਰੀ? ਉਹ ਦ੍ਰਤਾ ਕੋ ਸੰਕੋਚ ਕਰਕੇ ਉਹ ਕਹਿਣ ਲੱਗਾ ਜੀ ਜਾਤ ਤੇ ਮੇਰੀ ਜੋ ਤੁਹਾਡੀ ਵੰਡ ਹੈ ਉਹਦੇ ਮੁਤਾਬਕ ਮੈਂ ਸ਼ੂਦਰ ਹਾਂ। ਕਹਿਣ ਲੱਗਾ ਫਿਰ ਨਹੀਂ, ਜੇ ਤੂੰ ਸ਼ੂਦਰ ਹੈ ਤੇ ਫਿਰ ਮੈਂ ਤੈਨੂੰ ਸ਼ਸਤਰ ਵਿਦਿਆ ਨਹੀਂ ਸਿਖਾ ਸਕਦਾ, ਮੈਂ ਸਿਰਫ ਛਤਰੀਆਂ ਨੂੰ ਹੀ ਸਿਖਾਣਾ। 4 ਤਰ੍ਹਾਂ ਦੇ ਗੁਰੂ ਦਾ ਜ਼ਿਕਰ ਹੈ ਨਾ, ਉਹ 4 ਤਰ੍ਹਾਂ ਦੇ ਗੁਰੂਆਂ ਵਿੱਚ ਇੱਕ ਭ੍ਰਿੰਗੀ ਗੁਰੂ ਵੀ ਹੁੰਦਾ। ਭ੍ਰਿੰਗੀ ਇੱਕ ਕੀੜਾ ਹੁੰਦਾ ਹੈ, ਖਾਸ ਕਿਸਮ ਦੇ ਕੀੜਿਆਂ ਦੇ ਕੋਲ ਬੈਠ ਕੇ ਗੁਣਗੁਣਾਉਂਦਾ ਹੈ ਤੇ ਗਜ਼ਬ ਦੀ ਗੱਲ ਹੈ, ਤੁਸੀਂ ਬਲੀਵ ਨਹੀਂ ਕਰੋਗੇ, ਉਹ ਕੀੜੇ ਦੀ ਸ਼ੇਪ ਭ੍ਰਿੰਗੀ ਵਰਗੀ ਹੋ ਜਾਂਦੀ। ਕਿਸੇ ਖਾਸ ਵਰਗ ਨੂੰ ਸਿੱਖਿਆ ਦੇਣ ਵਾਲਾ ਤੇ ਦੂਜਿਆਂ ਨੂੰ ਤਰਕ ਕਰਨ ਵਾਲਾ ਉਹ ਭ੍ਰਿੰਗੀ ਗੁਰੂ ਹੈ। ਪਰ ਗੁਰੂ ਨਾਨਕ ਦਾ ਘਰ ਦੀਪਕ ਗੁਰੂ ਹੈ, ਦੀਵਾ ਦੂਜੇ ਦੀਵੇ ਨੂੰ ਜਗਾਉਂਦਾ ਔਰ ਖੁਦ ਵੀ ਜਗਦਾ ਰਹਿੰਦਾ, ਉਹਦੇ 'ਚ ਕਮੀ ਕੋਈ ਨਹੀਂ ਆਉਂਦੀ। ਜੀ ਮੈਂ ਤੇ ਸ਼ੂਦਰ ਹਾਂ, ਕਹਿੰਦੇ ਮੈਂ ਤੈਨੂੰ ਧਨਕ ਵਿਦਿਆ ਨਹੀਂ ਸਿਖਾਣੀ, ਦਫਾ ਹੋ ਜਾ ਇੱਥੋਂ। ਉਹਨੇ ਪੈਰਾਂ ਨੂੰ ਹੱਥ ਨਾ ਲਾਇਆ ਵੀ ਝਿੜਕੇ ਨਾ, ਥੋੜਾ ਜਿਹਾ ਦੂਰ ਸੀ, ਹੇਠਾਂ ਝੁੱਕ ਕੇ ਜ਼ਮੀਨ ਦੇ ਉੱਤੇ ਹੱਥ ਲਾ ਕੇ ਤੇ ਮੱਥੇ ਨੂੰ ਲਾ ਲਿਆ। ਕਹਿਣ ਲੱਗਾ ਗੁਰਦੇਵ ਜਿਵੇਂ ਤੁਹਾਡਾ ਹੁਕਮ ਹੈ। ਉਹ ਪੀਲਾਂ ਦਾ ਮੁੰਡਾ ਇਕਲਵਿਆ ਹੈ,
जंगल च गया, उन्हें आचार्य द्रोण का मिट्टी का बुत बनाया तो उन्होंने सवेरे नमस्कार करके अभ्यास शुरू कर देंदा और लगातार अभ्यास, कहते करत करत अभ्यास के जड़मती होत सुजान और रस्सी आवत जात है सिल पर परत निशान। आश्रमां च लोग विद्या लेंदे, कहते भी कोई बच्चा नालायक सी, मोटे दिमाग वाला सी, ते अध्यापक ने बड़ी कोशिश की, उन्होंने लगा भी ये नहीं सीख सकता, कहने लगा भी तू तो पत्थर है, तू नहीं सीख सकता, जा दफा हो जा मेरे आश्रम चो। उदास होकर बस्ता चुक के टुर पिया बच्चा, ते अगे खूह के उत्ते बीबियां पानी भरदियां सन पियां, सोचा मैं पानी पी ला, कहने लगा जी पानी पियाओ, पानी पियान लगियां, ਇਹਦਾ सिल ते ध्यान गया, चरखी दे हिलण की वजह करके सिल रखी सी और ਜਿਹੜੀ ਲੱਜ थले वार-वार आउंदी जांदी सी ना खूह च, ਉਹਦੇ ਨਾਲ कसर पै पै के ਉਹਦੇ ਚ ਵੀ बन गए सी, गली बन गई सी पत्थर विच भी। वो कहने लगा उस्ताद कहंदा सी तू पत्थर है, ये तो पत्थर च भी गली बन गई है। वापस जाके कहने लगा उस्ताद जी चलो मैनू पत्थर ही समझ लो, वार वार जदों रस्सी पत्थर नाल टकराए ਉਹਦੇ ਚ भी हो जाती है, मैं सिख जाऊंगा। अभ्यास एकलव्य ने शुरू कर दिता, सिखदा रहा एक दिन आचार्य द्रोण और उन्हां दे शागिर्द पांडव ते कौरव शिकार खेडण गए, ਉਹਦੇ ਨਾਲ एक शिकारी कुत्ता सी। शिकार नूं वेख के कुत्ता भौंकिया और भौंकण लग्या मूँह खुलदा है और सिर्फ 20-25 सैकंड दे विच वो बंद हो जाता। जिन्नी देर च भौंकण लग्या कुत्ता मूँह खोलदा और बंद करदा है ना, उन्नी देर च ਉਹਦਾ मूँह किसी ने बाणा नाल भर दिता, तीरां दे नाल पूरा मूँह भर दिता और लड़खड़ा के डिग पिया। सारे भज्जे भज्जे कुत्ते कोल गए और आले दुआले वेख्या भी की भाणा वापरिया, जुड़े रहा जे जां वेख्या तो एक नौजवान सरू वर्गा लंबा कद, बड़ा सुनखा ते बड़ा चुस्त कदम ते लम्मी पुलंग पुट के आ रहा सी। कहने लगे किन्ने मारिया? कहने लगा जी मैं मारिया। हैरान हो गए बई असी आचार्य द्रोण तो सिखने हाँ, पर साडे कोल ये कला नहीं भी कुत्ते दे भौंकण लग्या मूँह खोलण ते बंद करन लग्या उहदा पूरा मूँह ही तीरां दे नाल कोई भरदा है। आचार्य द्रोण आखन लगे पिछे हटो, मैनू गल करन दिओ, बेटा कौन है तू? कहने लगा जी मैं एकलव्य। उन्होंने भुल गया सी एकलव्य कौन है। शस्त्र विद्या किदे तो सीखी है? कहने लगा महाराज तुहाडे तो। वो कहने लगा मैं तो तेनू पछाणदा ही नहीं, मैं तेनू कदों शस्त्र विद्या सिखाई है? कहने लगा महाराज मैं तुहाडे कोल गया सां, तुसीं इनकार करदा, ते आओ देखो सामने तुहाडा बुत, उन्होंने नमस्कार करके मैं अभ्यास शुरू करना वा। इस ब्राह्मण ने उत्थे फिर एक चाल चली, कहने लगा फिर चलो मैं गुरु ते तू चेला। वो बड़ा खुश होया बेचारा भी मैनू इन्हें एक्सैप्ट कर लिया। आखन लगा महाराज धन्नवाद तुहाडा, तुसीं मान दे दिता है। आखन लगा वो तो ठीक है बेटा, पर दक्षिणा? आखन लगा दक्षिणा मंगो, जो मंगोगे देंगा। कहने लगा अपने सज्जे हथ का अंगूठा दक्षिणा विच दे, और उन्हें दिता। पता की प्रयोजन सी? भी चिल्ले ते तीर चाढ़ना होवे ना, कलमे वाली उंगली ते अंगूठे नाल पकड़ के खिंचना पैंदा है। हुण वाला काम नहीं भी 40 किलो का मरुआ जिहा बंदा बैठा होवे, मिजाइल तैयार है और लैपटॉप ओदी झोली च और उंगलां नचियां और मिजाइल निकली शू करके ते सारा मुल्क तबाह कर दिता। नहीं, उदों बल चाहिदा सी शस्त्र चलाउण लई। अंगूठा मंगिया इस करके भी इहदे सामने अर्जुन मात पै गया, इहदे सामने दुर्योधन मात पै गया ते मेरी हठी हो जाएगी। भी आचार्य द्रोण ने जिन्होंने सिखाया एकलव्य तो उन्होंने एक नहीं करन देंदा। इस ब्राह्मण ने चाल चली और उहदे कोलों अंगूठा जिहड़ा दक्षिणा विच मंग लिया। उन्हें दक्षिणा अंगूठा जिहड़ा दक्षिणा विच सच्ची मुच्ची दे भी दिता। एडा ब्राड माइंडेड वो नौजवान, एडा खुल दिला, एडा रिच वो नौजवान। और इस देश विच एक नहीं, इस तरह के पता नहीं किन्ने को इस वर्ग दे नाल धक्के होए ने, लोगों ने धक्के कीते सन ते हुण भी लगातार टावें थावां नूं छड्ड के ये धक्के हो रहे हैं। पर हजूर गुरु नानक साहब सच्चे पातशाह ने ये वितकरा, ये जुल्म, ये धक्का बर्दाश्त नहीं किया। मैं गुरु नानक साहब की एक घटना तुहाडी नज़र करनी चाहुंदा, किन्ना प्यार करते सन। जदों भाई लैणा जी की प्रीख्या शुरू की ना गुरु नानक साहब ने, उस प्रीख्या दियां 7 साखियां इतिहास ने साਂਭ के रखियां ने। साखियां होर भी वापरियां होणगियां, पर इतिहासकार खास खास गल्लां नूं
ਲਿਖਦੇ ਨੇ, ਸਧਾਰਨ ਗੱਲਾਂ ਨੂੰ ਛੱਡ ਦਿੰਦੇ ਨੇ। 20 ਸਾਲ ਦੇ ਪੀਰੀਅਡ ਵਿੱਚ ਸਿਰਫ 7 ਘਟਨਾ ਨਹੀਂ ਵਾਪਰੀਆਂ ਹੋਣੀਆਂ, ਉੱਥੇ 20-100 ਘਟਨਾ ਵੀ ਵਾਪਰੀ ਹੋਵੇਗੀ, ਪਰ ਇਹਨਾਂ 7 ਘਟਨਾਵਾਂ ਵਿੱਚੋਂ, ਟੋਏ ਵਿੱਚੋਂ ਭਾਈ ਲਹਿਣੇ ਤੋਂ ਬਾਟਾ ਬਾਹਰ ਕਢਾਉਣਾ, ਧਰਮਸ਼ਾਲ ਵਿੱਚੋਂ ਮਰੀ ਹੋਈ ਚੂਹੀ ਬਾਹਰ ਸਟਾਣੀ, ਅੱਧੀ ਰਾਤ ਨੂੰ ਕੱਪੜੇ ਧਵਾਣੇ, ਮੀਂਹ ਪੈਂਦੇ ਵਿੱਚ ਧਰਮਸ਼ਾਲ ਦੀ ਕੰਧ ਲੰਬਾਣੀ, ਤੁਹਾਨੂੰ ਲੱਗੇਗਾ ਸਧਾਰਨ ਗੱਲਾਂ ਨੇ। ਪਤਾ ਕੀ ਹੈ, ਸੀਵਰੇਜ ਵਾਲੇ ਟੋਏ ਵਿੱਚ ਵੜਨ ਵਾਸਤੇ ਅਸੀਂ ਅੱਜ ਵੀ ਵੱਖਰਾ ਵਰਗ ਬਣਾਇਆ ਹੈ। ਅਸੀਂ ਉਹਨੂੰ ਸਫਾਈ ਕਰਮਚਾਰੀ ਕਹਿ ਦਿੰਦੇ ਹਾਂ, ਗੁੱਸਾ ਨਾ ਕਰੇ, ਪਰ ਅਸੀਂ ਅੱਜ ਵੀ ਇੱਕ ਵੱਖਰਾ ਵਰਗ ਬਣਾਇਆ ਵੀ ਇਹ ਕੰਮ ਤੂੰ ਕਰਨਾ ਵਾ, ਅਸੀਂ ਨਹੀਂ ਕਰਨਾ। ਗੰਦ ਅਸੀਂ ਪਾਵਾਂਗੇ, ਸਫਾਈ ਤੂੰ ਕਰੇਗਾ। ਮਰੇ ਹੋਏ ਪਸ਼ੂ ਦੁੱਧ ਅਸੀਂ ਉਹਨਾਂ ਦਾ ਪੀਂਦੇ ਹਾਂ, ਰਕਮ ਵਟਨੇ ਆ ਵੀ ਝੋਟੀ 2 ਸਾਲਾਂ ਦੀ ਹੋ ਗਈ ਹੈ, 50,000 ਦੀ ਵੇਚ ਲਓ, ਲੋੜ ਪੂਰੀ ਕਰ, ਪਰ ਜੇ ਮਰ ਜਾਏ ਨਾ ਤੇ ਅਸੀਂ ਨਹੀਂ ਚੁੱਕਣੀ, ਤੂੰ ਚੁੱਕ। ਕੱਪੜੇ ਅਸੀਂ ਮੈਲੇ ਕਰੀਏ ਤੇ ਧੋਵੇਗਾ ਉਹਨੂੰ ਧੋਬੀ। ਮਹਾਰਾਜ ਨੇ ਸਾਰੇ ਉਹ ਕੰਮ ਭਾਈ ਲਹਿਣੇ ਤੋਂ ਕਰਾਏ ਜਿਹੜੇ ਅਖੌਤੀ ਸ਼ੂਦਰਾਂ ਤੋਂ ਕਰਾਏ ਜਾਂਦੇ ਸਨ। ਧੋਬੀ ਕੱਪੜੇ ਧੋਏਗਾ, ਇਹ ਮਰੇ ਪਸ਼ੂ ਸੁੱਟੇਗਾ, ਇਹ ਸਫਾਈ ਕਰੇਗਾ। ਔਰ ਅੱਜ ਵੀ ਅਸੀਂ ਬਿਲਡਿੰਗਾਂ ਬਣਾਉਂਦੇ ਹਾਂ ਤੇ ਕਰਮਚਾਰੀ ਕੰਮ ਕਰਦੇ ਨੇ, ਰਾਜ ਮਿਸਤਰੀ ਇੱਟਾਂ ਲਾਉਂਦਾ ਹੈ, ਮਜ਼ਦੂਰ ਪਕੜਾਉਂਦੇ ਨੇ, ਔਰ ਅਸੀਂ ਕੋਟ ਦੀਆਂ ਜੇਬਾਂ 'ਚ ਹੱਥ ਪਾ ਕੇ ਖੜੇ ਹੁੰਦੇ ਹਾਂ, ਕਦੀ ਕੌਫੀ ਲਿਆਓ, ਕਦੀ ਚਾਹ ਲਿਆਓ। ਪਰ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣੇ ਨੂੰ ਇਹਨਾਂ ਨਾਲ ਪਿਆਰ ਪੈਦਾ ਕਰਨ ਲਈ, ਮਨੁੱਖਤਾ ਲਈ ਭਰਾਤਰੀ ਭਾਵ ਪੈਦਾ ਕਰਨ ਲਈ ਉਹਨਾਂ ਕੋਲੋਂ ਸਾਰੇ ਉਹ ਕੰਮ ਕਰਾਏ। ਟੋਏ 'ਚੋਂ ਬਾਟਾ ਕਢਾਇਆ, ਮੋਈ ਚੂਈ ਰੂੜੀ ਤੇ ਸਟਵਾਈ, ਫਿਰ ਗੁਰਮੁਖੋ ਉਹਨਾਂ ਤੋਂ ਕੰਧ ਲੰਬਾਈ, ਅੱਧੀ ਰਾਤ ਨੂੰ ਕੱਪੜੇ ਧੋਣ ਵਾਸਤੇ ਰਾਵੀ ਦੇ ਉੱਤੇ ਭੇਜ ਦਿੱਤਾ। ਤੇ ਅਖੀਰਲੀ ਪ੍ਰੀਖਿਆ ਪਤਾ ਕੀ ਸੀ, ਹਜ਼ੂਰ ਨੇ ਧਾਨਕ ਰੂਪ ਬਣਾ ਲਿਆ। ਧਾਨਕ ਪਤਾ ਕਿਹਨੂੰ ਕਹਿੰਦੇ, ਜਿਹੜੇ ਮੁਰਦੇ ਫੂਕਦੇ ਨੇ। ਕੁਝ ਤੇ ਉਹ ਜਾਣ ਕੇ ਸਬਰਦੇ ਨਹੀਂ ਬਈ ਸ਼ਮਸ਼ਾਨ ਭੂਮੀਓ ਹੀ ਜਾਣਾ। ਹੁਣ ਇੱਥੇ ਲਗਾਤਾਰ ਤੁਸੀਂ ਤਿਆਰ ਹੋਵੋ ਔਰ ਸੋਹਣੇ ਕੱਪੜੇ ਪਾਓ, ਇੱਧਰਾਂ ਕਰੋ, ਉਹ ਕਦਰਾ, ਉੱਥੇ ਧੂੰ ਪੈਣਾ ਹੈ, ਅੱਗ ਲੱਗਣੀ। ਉਹ ਪਹਿਲੀ ਗੱਲ ਤੇ ਬਣਦੇ ਹੀ ਨਹੀਂ। ਔਰ ਦੂਜੀ ਗੱਲ, ਉੱਥੇ ਸਾਰਾ ਦਿਨ ਮੁਰਦੇ ਸੜਨੇ, ਮਾਯੂਸੀ ਰਹਿੰਦੀ ਏ, ਸਾਈਕੋਲੋਜੀਕਲੀ ਚਿਹਰੇ ਤੇ ਸਾਈਡ ਇਫੈਕਟ ਉਹਦਾ ਪੈਂਦਾ ਹੈ। ਔਰ ਵੱਡਾ ਸਾਰਾ ਚੋ ਲੈ ਕੇ ਲਾਸ਼ ਨੂੰ ਹੁੱਜਾ ਮਾਰ ਰਿਹਾ, ਕਦੀ ਸਿਰ ਨੂੰ, ਕਦੀ ਪੇਟ ਨੂੰ। ਫਲਸਰੂਪ ਕੁਝ ਇਸ ਤਰ੍ਹਾਂ ਦੀ ਮਨੋਬਿਰਤੀ ਬਣ ਜਾਂਦੀ ਹੈ, ਉਹ ਧਾਨਕ ਹੀ ਬਣ ਜਾਂਦਾ ਬੰਦਾ। ਮਹਾਰਾਜ ਨੇ ਧਾਨਕ ਰੂਪ ਧਾਰਨ ਕਰ ਲਿਆ। ਹੱਥ ਵਿੱਚ ਇੱਕ ਕੁਤਕਾ, ਵਾਹਿਗੁਰੂ, ਇੱਕ ਡੰਡਾ ਲੈ ਲਿਆ, ਔਰ ਅੱਗੇ ਅੱਗੇ ਗੁਰੂ ਨਾਨਕ ਸਾਹਿਬ ਰਾਵੀ ਦੇ ਕਿਨਾਰੇ ਤੇ ਉਦੋਂ ਜੰਗਲ ਹੁੰਦਾ ਸੀ, ਔਰ ਉਸ ਜੰਗਲ ਵਿੱਚ ਅਕਸਰ ਜਿਹੜੇ ਸ਼ਿਕਾਰ ਖੇਡਣ ਵਾਸਤੇ ਲੋਕ ਆਉਂਦੇ, ਸਾਡੇ ਇੱਥੇ ਫੈਸਿਲਿਟੀ ਦੇਣ ਲਈ ਪਿੱਛੇ ਰਹਿ ਗਿਆ, ਉਹਨੂੰ ਚੁੱਕਣ ਲਈ ਗਵਰਨਮੈਂਟ ਨੇ ਕੁਝ ਕੈਟਾਗਰੀਆਂ ਬਣਾਈਆਂ। ਜਨਰਲ ਕੋਟਾ ਹੈ, ਇਹ BC ਹੈ, ਇਹ SC ਹੈ, ਫਿਰ ਇੱਕ ਕੋਟਾ ST, ਉਹ ਹੋਰ ਉਹਨੂੰ ਜ਼ਿਆਦੀਆਂ ਖੁੱਲਾਂ ਦੀ, ਕਿਉਂਕਿ ਬਹੁਤ ਜ਼ਿਆਦਾ ਪਛੜ ਗਏ। ਤਾਂ ਉਹਦੇ ਵਿੱਚ ਕੇਵਲ ਮੈਂ ਗੱਲ ਸਮਝਣ ਲਈ ਬੇਨਤੀ ਕਰਨ ਲੱਗਾ, ਕਈ ਵਾਰ ਕਈ ਲੋਕ ਨਾ ਫਿਰ ਇਹਨੂੰ ਇਸ਼ੂ ਬਣਾ ਕੇ ਸਿਆਪਾ ਪਾ ਲੈਂਦੇ। ਸਾਂਸੀ ਬਰਾਦਰੀ ਵੀ ਉਹਦੇ 'ਚ ਆ ਜਾਂਦੀ ਹੈ। SC ਵਿੱਚ ਤੇ ਤੁਸੀਂ ਜਾਣਦੇ ਹੋ ਨਾ ਵੀ ਇਹ ਕੈਟ, ਇੱਕ ਉਦੋਂ ਫਿਰ ਥੱਲੇ ST। ਉਹ ਕੀ ਕਰਦੇ ਬਈ, ਉਹਨਾਂ ਕਮਾਦਾਂ ਵਿੱਚ, ਜੰਗਲਾਂ ਵਿੱਚ ਕੋਈ ਚੀਜ਼ ਮਿਲ ਜਾਏ ਉਹਨੂੰ ਮਾਰ ਕੇ ਖਾ ਜਾਣਾ। ਅਸੀਂ ਤੁਸੀਂ ਸੱਪ ਤੋਂ ਡਰਨੇ ਆ, ਸੱਪ ਕਾਬੂ ਆ ਜਾਏ, ਥੋੜ੍ਹਾ ਜਿਹਾ ਅੱਗੋਂ ਕੱਟਿਆ, ਥੋੜ੍ਹਾ ਜਿਹਾ ਪਿੱਛੋਂ ਕੱਟਿਆ, ਉਹਨੂੰ ਭੁੰਨਿਆ ਤੇ ਭੁੰਨ ਕੇ ਖਾ ਗਏ। ਡੱਡੂ ਕਾਬੂ ਆ ਗਿਆ, ਮੱਛੀ ਕਾਬੂ ਆ ਗਈ, ਕੋਈ ਜੀਵ ਕਾਬੂ ਆ ਗਿਆ, ਇੱਥੋਂ ਤੱਕ ਬਿੱਲਾ, ਕੁੱਤਾ। ਔਰ ਕਦੀ ਕਦੀ ਇਸ ਤਰ੍ਹਾਂ ਹੁੰਦਾ ਬਈ ਸ਼ਿਕਾਰ ਤੇ ਨਿਕਲੇ ਨੇ, ਸ਼ਿਕਾਰ ਮਿਲਿਆ ਹੀ ਕੋਈ ਨਹੀਂ। ਔਰ ਦੈਵਨੇਤ ਕਿਤੇ 1-2 ਦਿਨਾਂ ਦਾ ਪਹਿਲਾਂ ਦਾ ਮਰਿਆ ਪਿਆ ਹੈ, ਇੰਨੇ ਭੁੱਖ ਤੋਂ ਆਜਤ ਵੀ ਉਸ ਮਰੇ ਹੋਏ ਮੁਰਦਾਰ ਨੂੰ ਹੀ ਖਾ ਜਾਣਾ। ਭਾਵ ਕੀ ਸੀ, ਲੈਣਿਆ ਮੁਰਦਾ ਖਾ, ਉਹ ਨਹੀਂ ਅਸੀਂ ਸਮਝਿਆ। ਮੈਂ ਉਹ ਬੇਨਤੀ ਕਰਨ ਲੱਗਾ, ਜੇ ਧਿਆਨ ਦਿਓਗੇ ਤੇ ਬਿਲਕੁਲ ਗੱਲ ਸਮਝ ਆਵੇਗੀ। ਕੁਤਕਾ ਹੱਥ 'ਚ ਫੜਿਆ ਹੈ, ਘੂਰ ਕੇ ਪਿੱਛੇ ਵੇਖਿਆ, ਅੱਧੇ ਕੁੱਤੇ ਉਦੋਂ ਹੀ ਭੱਜ ਗਏ। ਥੋੜੇ ਜਿਹੇ ਅਗਾਂਹ ਗਏ ਤੇ ਖੀਸੇ 'ਚੋਂ ਮੋਹਰਾਂ ਕੱਢ ਕੇ ਖਿਲਾਰੀਆਂ, ਕੁਝ ਮੇਰੇ ਵਰਗੇ ਉਹ ਚੁਗਣ ਲੱਗ ਪਏ। ਅਗਾਂਹ ਗਏ ਤੇ ਭਾਈ ਲਹਿਣਾ, ਬਾਬਾ ਬੁੱਢਾ ਸਾਹਿਬ, ਅਜੀਤਾ ਰੰਧਾਵਾ, ਇੱਕ ਖਿੱਚ ਕੇ ਕੁਤਕਾ ਜੀਤੇ ਰੰਧਾਵੇ ਦੇ ਮੌਰਾਂ ਦੇ ਵਿੱਚ ਮਾਰਿਆ, ਉਹ ਵੀ ਪਰਤ ਗਿਆ। ਬੁੱਢਾ ਸਾਹਿਬ ਨੂੰ ਦੱਬ ਕੇ ਦਬਕਾ ਮਾਰਿਆ, ਉਹ ਵੀ ਆ ਗਿਆ। ਮੈਨੂੰ ਖਿਮਾ ਕਰਨਾ, ਉਹ ਬ੍ਰਹਮ ਗਿਆਨੀ ਨੇ, ਪਰ ਉਹ ਵੀ ਆ ਗਏ। ਰਹਿ ਗਏ ਇਕੱਲੇ ਲੈਣਾ। ਅੱਗੇ ਜਾ ਕੇ ਫਿਰ ਪਿੱਛੇ ਪਰਤ ਕੇ ਵੇਖਿਆ, ਕੁਤਕਾ ਕੱਸ ਕੇ ਉਹ ਲੈਣਿਆ ਸਾਰੇ ਮਗਰੋਂ ਲੈ ਗਏ ਨੇ, ਜਾਂਦਾ ਕਿਉਂ ਨਹੀਂ?
ਤੇ ਸਜਲ ਨੇਤਰਾਂ ਨਾਲ ਹੱਥ ਜੋੜ ਕੇ ਕਹਿਣ ਲੱਗੇ, ਪਿਤਾ ਸਾਰਿਆਂ ਦਾ ਕੋਈ ਨਾ ਕੋਈ ਟਿਕਾਣਾ ਹੈ, ਉਹ ਆਪਣੇ ਆਪਣੇ ਟਿਕਾਣੇ ਟੁਰ ਗਏ ਹੋਣੇ ਨੇ, ਮੇਰਾ ਗਰੀਬ ਦਾ ਟਿਕਾਣਾ ਹੀ ਕੋਈ ਨਹੀਂ, ਮੈਂ ਕਿੱਥੇ ਜਾ, ਫਿਰ ਮੇਰੇ ਨਾਲ ਆ। ਸਾਹਮਣੇ ਗਏ ਤੇ ਕੋਈ ਸਟੇਜ ਨਹੀਂ ਸੀ, ਕੋਈ ਟੇਬਲ ਨਹੀਂ ਸੀ ਜਿਹਦੇ ਤੇ ਮੁਰਦਾ ਸੀ, ਪ੍ਰੀ ਪਲਾਨ ਕੁਛ ਨਹੀਂ ਸੀ, ਸਭ ਕੁਝ दैव ने ਤੇ ਮੁਰਦਾ ਪਿਆ ਹੈ। ਔਰ ਹਜ਼ੂਰ ਕਹਿੰਦੇ ਨੇ ਵੀ ਜੇ ਨਹੀਂ ਜਾਣਾ ਤੇ ਮੇਰੇ ਕੋਲ ਆ। ਹਜ਼ੂਰ ਦੇ ਕੋਲ ਕੱਪੜਾ ਹੈ, ਮੁਰਦੇ ਦੇ ਉੱਤੇ ਉਹ ਕਫਨ ਪਾ ਦਿੱਤਾ ਹੈ। ਕਹਿਣ ਲੱਗੇ ਜੇ ਅਬਲ ਤੇ ਚਲਾ ਜਾ, ਜੇ ਨਹੀਂ ਜਾਣਾ ਤੇ ਮੁਰਦਾ ਖਾ। ਸਤ ਬਚਨ ਮਹਾਰਾਜ, ਸੱਚੇ ਪਾਤਸ਼ਾਹ ਪੈਰਾਂ ਵੱਲੋਂ ਖਾਵਾਂ ਕਿ ਸਿਰ ਵੱਲੋਂ ਖਾਵਾਂ? ਮਹਾਰਾਜ ਕਹਿਣ ਲੱਗੇ ਸਿਰ ਵੱਲੋਂ ਖਾ। ਅੱਗੇ ਵਧੇ ਤੇ ਝੁੱਕ ਕੇ ਕੱਪੜਾ ਚੁੱਕਣ ਲੱਗੇ ਤੇ ਹਜ਼ੂਰ ਨੇ ਗੁੱਟ ਫੜ ਕੇ ਖਿੱਚ ਕੇ ਹਿੱਕ ਨਾਲ ਲਾ ਲਿਆ, ਘੁੱਟ ਕੇ ਨਾਲ ਲਾ ਕੇ ਮੱਥਾ ਚੁੰਮ ਲਿਆ। ਕਹਿਣ ਲੱਗੇ ਮੁਰਦਾ ਨਹੀਂ ਖਾਣਾ, ਮੈਂ ਤੇਰੀ ਤਿਆਰੀ ਕਰਾ ਰਿਹਾ ਸਾਂ। ਜਿਨ੍ਹਾਂ ਨੂੰ ਅਸੀਂ ਟੋਇਆਂ ਵਿੱਚ ਵਾੜਨੇ ਨਾ, ਸੀਵਰੇਜ ਵਾਲਿਆਂ 'ਚ ਬਾਟਾ ਤਾਂ ਕਢਾਇਆ ਸੀ, ਉਹਨਾਂ ਦੇ ਪ੍ਰਤੀ ਭਰਾਤਰੀ ਭਾਵ ਤੇਰੇ 'ਚ ਆ ਜਾਏ। ਮੋਈ ਚੂਈ ਤਾਂ ਸਟਾਈ ਸੀ, ਮਰੇ ਪਸ਼ੂ ਢੋਣ ਵਾਲਿਆਂ ਦੇ ਪ੍ਰਤੀ ਤੇਰੇ ਮਨ 'ਚ ਨਫ਼ਰਤ ਨਾ ਰਵੇ। ਕੱਪੜੇ ਤਾਂ ਅੱਧੀ ਰਾਤ ਨੂੰ ਧੁਆਏ ਸਨ, ਧੋਬੀਆਂ ਨਾਲ ਵੀ ਤੇਰਾ ਪਿਆਰ ਬਣੇ। ਮਜ਼ਦੂਰੀ ਕਰਨ ਵਾਲੇ, ਕੰਧਾਂ ਲਿੰਮਣ ਵਾਲਿਆਂ ਦੇ ਪ੍ਰਤੀ ਵੀ ਤੇਰੇ ਮਨ 'ਚ ਨਫ਼ਰਤ ਨਾ ਰਵੇ। ਇਹ ਹੋਰ ਤੇ ਹੋਰ ਜਿਹੜੇ ਮੁਰਦੇ ਖਾਂਦੇ ਨੇ ਲੋਕ, ਇਹਨਾਂ ਨੂੰ ਸਾਂਸੀ ਸ਼ਬਦ ਵਰਤ ਲੈਂਦੇ, ਇਹਨਾਂ ਦੇ ਪ੍ਰਤੀ ਵੀ ਤੇਰੇ ਮਨ 'ਚ ਨਫ਼ਰਤ ਨਾ ਆਵੇ। ਇਹਨਾਂ ਨੂੰ ਵੀ ਤੂੰ ਹਿੱਕ ਨਾਲ ਲਾਣਾ ਸਿੱਖ ਲੈ। ਲੈਣਿਆ ਤੂੰ ਹੁਕਮ ਮੰਨਣ ਦੀ ਚਰਮ ਸੀਮਾ ਨੂੰ ਸੂ ਗਿਆ। ਆ ਮੇਰੇ ਨਾਲ ਡੇਰੇ ਤੇ ਸਣ ਕੇ ਅਸੀਂ ਇਸ਼ਨਾਨ ਕਰਾਇਆ, ਬਸਤਰ ਸਵੱਛ ਪਵਾਏ ਔਰ ਆਪਣੀ ਚੰਦਨ ਦੀ ਚੌਂਕੀ ਦੇ ਉੱਤੇ ਬਿਠਾ ਕੇ परिक्रमा करके मत्था टेकिया। और इस घटना का जिक्र श्री गुरु ग्रंथ साहब विच भी है। गुर गुरु ने रारे नुशारी चेले रहरास की, अपने चेले लैने अगे मत्था टेकिया। नानक सलामत थीम दे, अपनी सलामती शायद टिक्का दितोस जीव दे। भाव गुरता गद्दी अपने जींदे जी भाई लैणे नूं थाप दिती, पर उदों पहला भरातरी भाव उहदे अंदर पैदा किया। लैणा जी विच सारे गुण सन, पर सनातनी सन ना, देवी पूजक सन। महाराज नूं इक्को ही खदशा सी भी इहदे अंदर बाकी तो सब कुछ ठीक है, एक गल जिहड़ी ना खुशगवार है वह है वर्ण वंड। वर्ण वंड नूं ज्ञान दे झाड़ू नाल बाहर कढ़ना है, और उदों बाद फिर बाकायदा इहदे एग्जाम लैणे ने, एक नहीं लैणे कई लैणे ने। उन्हां नूं क्लीयर करेगा तो इहनूं तखत दे उत्ते बिठाना, उदों पहला नहीं बिठाना। इस घर ने, इस जोत ने, इस जुगत ने इस वर्ग नूं संभालिया। मैं शायद कल दे दीवान विच भी बेनती की सी, एक बचन महात्मा जी का बड़ा प्रचलित किया गया। मोहनदास करमचंद गांधी, महात्मा गांधी असीं आम तौर पर कह दें, वैसे गांधी उन्हां दा सब कास्ट है। और मैं भी अर्ज कर दिया भी ये सब कास्ट कोई इस तरह नहीं जिवें साडियां तुहाडियां ने। कोई जमाना सी जिहड़े परफ्यूम का काम करते सन ना, मुसलमान वीर जिहड़े परफ्यूम का काम करते सन, वो परफ्यूम नूं इतर कहिंदे सन। इतर उन्हां नूं लोग अवतार कहन लग पे, इतर दा काम करन वाले अवतार। ते हिंदी विच परफ्यूम नूं कहिंदे ने गंध, सुगंध जां गंध। जिहड़े हिंदी बोलदे इलाकिਆਂ ਦੇ ਵਿੱਚ परफ्यूम ਦਾ ਕੰਮ ਕਰਦੇ ਸਨ, भी फुलों ਦੀਆਂ बगीचियां उगा ਲੈਣੀਆਂ, लम्मा कपड़े का थान विछा के उत्ते तिलों नूं पतला 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 विछा देना, शाम नूं इकट्ठा कर लेना, सवेरे फिर विछा देना, फिर इकट्ठा कर लेना, फिर उत्ते गुलाब दीयां पंखुड़ियां डिगदियां रहनी, फिर सारे नूं पीड़ लेना, वो थोड़ा जिहा सुगंध शीशियां च पा लेना, वो थोड़ा जिहा कपड़ियां ते घसा लेना, बस इन्ना कुछ हुंदा सी। जिहड़े गंध का काम करते उन्हां दा तखल्लस गांधी हो गया। जिहड़े इतर कहिंदे सन वो अवतार खान लग पे। महात्मा नूं तां कहिंदे भी इहदी आत्मा बहुत वड्डी। उन्हें छूत छात के अगेंस्ट प्रचार किया और लिखा है भी अनटचएबिलिटी इज ए क्राइम अगेंस्ट गॉड एंड मैनकाइंड। अस्पृश्यता ईश्वर तथा मानवता के प्रति अपराध। भाव नफरत करनी, तू मेरे नाल ना लग, तू नीवा है, इत्यादि। छूत छात करनी रब दे कागजां ते बंदे दी निगाह दे विच भी अपराध है, पाप है, नहीं करना चाहिए। उन्हें गल चंगी कही, पर सच ये है भी प्रैक्टिकल शेप कोई नहीं। और फलस्वरूप डॉक्टर भीमराव अंबेडकर वो सताए हुए इस वर्ग दे जात अभिमानी लोगों के सताए हुए, ये सच है कि वो अपना सारा काफिला लैके ते बोधी बन गए सन, जिन्हों ने देश का संविधान लिखिया है, जिन्होंने असी बड़े अदब नाल उन्हां दा दिन सरकारी छुट्टी मनाई जाती है।
ਔਰ ਉਹਨਾਂ ਨੂੰ ਲੱਗਾ ਵੀ ਇਸ ਦੇਸ਼ ਦੇ ਅੰਦਰ ਮੇਰੀ ਕੋਈ ਪੁੱਛ ਪ੍ਰਤੀਤ ਹੋਣੀ ਨਹੀਂ, ਮੇਰੇ ਕਾਫਲੇ ਨੂੰ ਵੀ ਕਿਸੇ ਨੇ ਨਹੀਂ ਪੁੱਛਣਾ, ਇਹਨਾਂ ਨੂੰ ਲਗਾਤਾਰ ਲਤਾੜਿਆ ਜਾਣਾ ਹੈ, ਇਹਨਾਂ ਨਾਲ ਲਗਾਤਾਰ ਧੱਕਾ ਹੋਣਾ ਹੈ। ਔਰ ਇੱਕ ਮੌਕਾ ਆਇਆ, ਉਹਨੇ ਮੁੰਬਈ ਆਪਣੇ ਸਾਰੇ ਕੌਮ ਨੂੰ ਇਕੱਠਾ ਕੀਤਾ ਔਰ ਉਹਨੇ ਕਿਹਾ ਵੀ ਮੈਂ ਵੱਖ-ਵੱਖ ਧਰਮਾਂ ਦੇ ਆਗੂਆਂ ਨਾਲ ਗੱਲ ਕਰ ਲਈਏ, ਸਾਨੂੰ ਜੇ ਥੋੜ੍ਹਾ ਬਹੁਤਾ ਕਿਤੇ ਸਤਿਕਾਰ ਮਿਲ ਸਕਦਾ ਤੇ ਮੈਂ ਮਹਿਸੂਸ ਕਰਨਾ ਵੀ ਉਹ ਬੋਧਿਜ਼ਮ ਵਿੱਚ ਮਿਲ ਸਕਦਾ ਹੈ। ਔਰ ਉਹ ਸਾਰੇ ਕਾਫਲੇ ਨੂੰ ਲੈ ਕੇ ਬੋਧੀ ਬਣ ਗਏ ਸਨ। ਇਹਨੂੰ ਕਹਿੰਦੇ ਨੇ, ਇਹ ਦੀਨੇ ਹਜ਼ਾਜ਼ੀ ਕਾ ਬੇਬਾਕ ਬੇੜਾ, ਨਾ ਜ਼ੇਹੂ में अटका ना सेहू में ठहरा, किए थे पार जिसने सातों समंदर, वो डूबा दहाने में गंगा के आकर। ये अमरवेल है, अमरवेल। ज्यों केले के पात पात में पात, ज्यों कवियन की बात बात में बात, त्यों हिंदुअन की जात और जात में जात, दे जात ते जात, दे जात ते जात, जातां विच होर जातां। और इस्लाम दे इस मशहूर प्रचारक ने, अल्लामा इकबाल साहब ने कहा, साडा इस्लाम का बेड़ा रेगिस्तान च नहीं रुकिया, कैथफिक सागर 5 मील डूंगा उत्थे भी नहीं रुकिया, पर तौबा तेरे तो भरावा, तेरे देश में आके छोटी जी गंगा साडा बेड़ा गर्क हो गया, तू इत्थे ऐसा लोगों नूं जातां पातां दे विच जकड़िया। पर जदों सिखिज़म की वारी आई, गुरमुखो महाराज ने बनदा सत्कार दिता। उन्हां महापुरुषां दी बाणी श्री गुरु ग्रंथ साहब च निरूपण की। कई बार अर्ज कर चुका, संगत कट्ठी, पंगत कट्ठी, बौलियां ते सरोवर कट्ठे, सब कुछ कट्ठा। और ये सत्कार जे असी पूरे विश्व के धर्मां नूं अध्ययन करिए, इस तरह का कोई घटनाक्रम तुहानूं नहीं मिलेगा। पर यह भी मैं बेनती कर दियां भी ईसाईयत विच, इस्लाम विच जात पात का बोलबाला इन्ना नहीं जिन्ना साडे हिंदुस्तान दे विच। ना मात्र थोड़ा बहुता कोई 1-2% गल हो सकती है, पॉसीबल है, अदरवाइज बिल्कुल किसी को कोई पता नहीं भी ये बरादरी की है, यदी जात की है, यदी पात की है। इस कोड नूं खत्म करने वास्ते गुरु नानक साहब सारी उम्र इन्हां महापुरुषां दी बाणी हिक नाल ला के लगे फिरे। और ये सच है गुरमुखो, मैं सवेर दे दीवान च बेनती की सी, मैं हरियाणे का जंमपाल हाँ, रिश्तेदारियां ने हुण भी मैं कई बार जाना, ਜਿਹੜੇ ਦਲਿਤ ਭਾਈਚਾਰੇ ਵਾਲੇ ਨੇ ਕਿਸੇ ਉੱਚ ਜਾਤੀਏ ਦੇ ਘਰ ਆਉਣ ਨਾ, ਸਿੱਖਾਂ ਦੇ ਪਿੰਡਾਂ ਨੂੰ ਛੱਡ ਕੇ, ਤੇ ਉਹ ਮੰਜੀ ਤੇ ਚੜ੍ਹ ਕੇ ਬੈਠੇ ਹੁੰਦੇ ਤੇ ਉਹ ਥੱਲੇ ਬੈਂਦਾ, ਤੇ ਜੇ ਉਹ ਕਵੇ ਵੀ ਨਾ ਵੀ ਉੱਤੇ ਬਹਿ ਜਾ, ਤੂੰ ਕਹਿੰਦਾ ਨਹੀਂ ਮੈਂ ਇੱਥੇ ਠੀਕ ਹਾਂ। ਸਾਰੇ ਹਿੰਦੁਸਤਾਨ ਵਿੱਚ ਜੇ ਸੁਧਾਰ ਹੋਇਆ ਨਾ ਤੇ ਉਹ ਪੰਜਾਬ ਵਿੱਚ ਹੋਇਆ ਹੈ, ਜਿੰਨਾ ਹੋਣਾ ਚਾਹੀਦਾ ਸੀ ਨਹੀਂ ਹੋਇਆ। ਪਰ ਜੇ ਕੰਪੈਰੀਜ਼ਨ ਗੱਲ ਕਰੀਏ ਤੇ ਜਿੰਨਾ ਪੰਜਾਬ 'ਚ ਫਰਕ ਪਿਆ ਇੰਨਾ ਕਿਤੇ ਨਹੀਂ ਪਿਆ। ਉਹਦਾ ਕਾਰਨ ਕੀ ਸੀ? ਸਰਕਾਰਾਂ ਨੇ ਬੜੇ ਨਾਅਰੇ ਲਾਏ, ਕੇਂਦਰ ਸਰਕਾਰ ਨੇ ਸਕੀਮਾਂ ਚਲਾਈਆਂ, ਸਟੇਟ ਗਵਰਨਮੈਂਟਸ ਨੇ ਕਈ ਆਰ ਪਾਰ ਕੀਤੇ। ਜਿਹੜੀ ਆਊਟਪੁੱਟ ਹੈ ਉਹ ਪਤਾ ਕਿੱਥੋਂ ਨਿਕਲੀ? ਇਹ ਸੱਚ ਜੇ ਆਊਟਪੁੱਟ ਨਿਕਲੀ ਸਿੱਖਾਂ ਦੇ ਧਾਰਮਿਕ ਸਥਾਨ ਗੁਰਦੁਆਰਿਆਂ ਵਿੱਚੋਂ। ਸੰਗਤ ਮੱਥਾ ਟੇਕਦੀ, ਉਸ ਮੱਥੇ ਦੇ ਨਾਲ, ਉਸ ਫੰਡ ਦੇ ਨਾਲ ਗੁਰਦੁਆਰੇ ਚੱਲਦੇ, ਕੀਰਤਨ ਹੁੰਦਾ, ਕਥਾ ਹੁੰਦੀ। ਔਰ ਇਹ ਇੱਕ ਕੌੜਾ ਸੱਚ ਹੈ ਵੀ ਕੀਰਤਨ ਕਥਾ ਦੇ ਬੋਲ ਬਾਲੇ ਕਰਕੇ ਪੰਜਾਬ ਦੇ ਅੰਦਰ ਛੂਤ ਛਾਤ ਔਰ ਜਾਤ ਪਾਤ ਦਾ ਜਿਹੜਾ ਵਿਤਕਰਾ ਖਤਮ ਹੋਇਆ ਹੈ ਬਾਕੀ ਸੂਬਿਆਂ ਦੇ ਮੁਕਾਬਲੇ ਤੇ, ਉਹ ਸਾਡੇ ਗੁਰਦੁਆਰਿਆਂ ਦੀ ਦੇਣ ਹੈ। ਜੋ ਗੁਰਦੁਆਰਿਆਂ 'ਚ ਹੋਣਾ ਚਾਹੀਦਾ ਪ੍ਰੋਪਰ, ਹਾਲਾਂਕਿ ਉਹ ਤੇ ਨਹੀਂ ਹੋ ਰਿਹਾ, ਕਿਉਂਕਿ ਵਿਦੇਸ਼ਾਂ ਵਿੱਚ ਵੀ ਦਾਸ ਨੂੰ ਜਾਣ ਦਾ ਮੌਕਾ ਮਿਲਿਆ, ਹਿੰਦੁਸਤਾਨ 'ਚ ਵੀ ਵੱਖ-ਵੱਖ ਗੁਰਦੁਆਰਿਆਂ 'ਚ। ਔਰ ਮੈਨੂੰ ਇਹ ਕਹਿਣ 'ਚ ਕੋਈ ਸੰਕੋਚ ਨਹੀਂ ਵੀ ਕੋਈ ਟਾਵਾਂ ਪ੍ਰਬੰਧਕ ਛੱਡ ਕੇ ਕੋਈ ਪ੍ਰਬੰਧਕ ਪ੍ਰਚਾਰ ਨੂੰ ਲੈ ਕੇ ਸੰਸੀਅਰ ਨਹੀਂ। ਆਮੂਮਨ ਪ੍ਰਬੰਧਕਾਂ ਦੀ ਬਿਰਤੀ ਇਸ ਤਰ੍ਹਾਂ ਹੁੰਦੀ ਹੈ ਜਿਵੇਂ ਉਹ ਕਿਸੇ ਫਰਮ ਨੂੰ ਚਲਾ ਰਹੇ ਹੋਣ, ਆ ਕੀ ਰਿਹਾ ਹੈ ਔਰ ਜਾ ਕੀ ਰਿਹਾ, ਕੈਲਕੂਲੇਸ਼ਨ ਇਹ ਕਰਨੀ ਹੈ। ਇਹ ਨਹੀਂ ਦੇਖਣਾ ਬਈ ਇੱਥੋਂ ਸਿੱਖ ਕਿੰਨੇ ਬਣੇ ਨੇ, ਇੱਥੇ ਸੰਗਤ ਕਿੰਨੀ ਜੁੜੀ ਹੈ, ਇਸ ਰਾਗੀ ਢਾਡੀ ਪ੍ਰਚਾਰਕ ਦੇ ਬੋਲਣ ਨਾਲ ਗੈਦਰਿੰਗ ਵਧੀ ਹੈ ਜਾਂ ਘਟੀ ਹੈ। ਨਹੀਂ, ਗੋਲਕ ਦੇਖਣੀ ਵਧੀ ਹੈ ਕਿ ਘਟੀ ਹੈ। पर बावजूद ये कहने च मैनू कोई संकोच नहीं भी कम से कम जात पात का कोड, पाखंडवाद का, कर्मकांड का, होर जिहड़े इस तरह के अलामतां ने उन्हां दा बड़ी तेज़ी नाल और बड़ी वड्डी मिकदार दे विच सुधार होया है। ये गुरु नानक साहब सच्चे पातशाह की कृपा हुई। हुण कुछ प्रबंधकां विच इन्ना अवेयरनैस आई है भी उन्हां ने
गुरु साहिबान वांगू भगत साहिबान दे दिहाड़े भी मनाने शुरू कर दिते। असी पिछले 1 महीने तो इत्थे भगत रविदास साहब महाराज जी दे जो पवित्र वचन श्री गुरु ग्रंथ साहब महाराज विच निरूपण ने लड़ीवार उन्हां दी कथा कर रहे। और मेरी जाचे भगत रविदास साहब नूं अभिनंदन करना होवे ते उन्हां दी फोटो अगे धूख तकान नाल अभिनंदन नहीं होना। उन्हां दी विचारधारा नूं असी किन्ना कु प्रचारने आ, समझने किन्ना वा। असल विच कहंदे ना, जिसका दिन मनाते हो उसकी बात भी मानो। और अज सानू मैसेज ये लेना चाहिए है, असी फकर नाल ये कहने हाँ जी कौन हो जी, रविदासीए आ। भगत रविदास दे पैरोकार वो मूर्ति पूजा नूं नहीं मनते। अज पड़चोल करन दी लोड़ है भी भगत रविदास जी मूर्ति पूजा नूं कंडैम करते हैं और असी फकर नाल कहीए भी असी रविदास साहब दे पैरोकार हाँ और उन्हां दा थां बना के उन्हां दे संबंधित गुरुद्वारे च असी उन्हां दी मूर्ति टिका दईए। तो फिर खिमा करना, मैं कोई नाराज़ ना होवे, माफ़ी मांग के बेनती करा, फिर भगत रविदास की खुशी लैण वाली गल नहीं। खुशी लैनी है तो पढ़ो उन्हां दे शब्द जिहदे विच वो कहिंदे ने कि मूर्ति पूजा पत्थर पूजा जिहड़ी है ਉਹਦਾ लाभ कोई नहीं गा। अज ही सवेरे जिहड़ा आप जी का शब्द विचारधीन सी ना, ਉਹਦੇ ਚੋਂ ਕਹਿੰਦੇ अनिन बनो अनिन। अनिन ਦੇ अर्थ ने जिहड़ा सिर्फ एक अकाल पुरख ਦੇ ਵਿੱਚ ਭਰੋਸਾ ਰੱਖੇ, होर किसे पीर पैगंबर किसे देवी देवते ਵਿੱਚ विश्वास ना रखे, सिर्फ एक दा पुजारी होवे ते आखे एको है भाई एको है, साहिब मेरा एको है। और फिर सिख कौम ने जिस तरह का ये वातावरण बनाया, जे किते हो सकता मैं रॉन्ग होवां और ये भी हो सकता मैं राइट होवां, जे किते असी ये कहण दी बजाय भी असी रविदासीए हाँ, असी फकर नाल कहिए भी असी सिख हाँ, बस इन्ना ही काफ़ी है। अगला कोई सवाल करे तो उन्होंने कहा भी इनू मैं फेस नहीं करना, जरूरी नहीं समझदा। ये जड़ा तेरा अगला सवाल है ना, इनू फेस करना, यदा आंसर देना, यदा उत्तर देना मैं जरूरी नहीं समझदा। असी रविदासीए ना बनीए, असी सिख बनीए, असी पंथ का एक हिस्सा बनीए। और पंथ भी किसी किस्म का वितकरा ना करे, साडा आपसी भरपण भरा होवे और फील ना होण दिता जाए भी इत्थे जात पात के आधार के उत्ते कुछ इंज हुंदा है। इहदे नाल राष्ट्र तरक्की करेगा, छूत छात चों जदों निकलांगे इहदे नाल कौम तरक्की करेगी, इहदे नाल जाति तरक्की भी होवेगी। और भगत रविदास साहब महाराज जी का मनाया होया साडा दिन जिहड़ा है वो सफल होवेगा। आओ जांदे जांदे भगत जी के चरणों में अभिनंदन करिए इकट्ठे होके ते आखिए ऐसी लाल तुझ बिन कौन करे। कह दिओ ऐसी लाल तुझ बिन कौन करे। गरीब नवाज गुसैया मेरा, गरीब नवाज गुसैया मेरा, गरीब निवाज गुसैया, गरीब निवाज, गरीब निवाज गुसैया मेरा, गरीब निवाज गुसैया मेरा, गरीब गरीब निवाज गुसैया मेरा, गरीब निवाज गुसैया मेरा, गरीब माथे छतर तरे, माथे छतर तरे, आखो माथे छतर तरे, माथे छतर तरे,
गरीब निवाज गुसैया मेरा, गरीब निवाज गुसैया मेरा, गरीब निवाज, गरीब निवाज मेरा। सत्संग ते इन्नियां बेनतियां प्रवान करनियां होइयां, भुल्लां गलतियां दी मुआफ़ी बख्शिश करनी, और जो गुरबाणी दी रोशनी विच बचन ने उन्हां नूं हिरदे विच धारण करके और जीवन का हिस्सा बनाने की कोशिश करनी, ताकि साडे सारियां दे ये लोक सुखीए परलोक सुहेले, नानक हर प्रभ आपे मेले। जीवन सफल हो जाए। अंत गुरु फतेह की सांझ नाल आग्या दिओ जी। वाहिगुरू जी का खालसा, वाहिगुरू जी की फतेह।